डॉक्टर बेदी जी दियां 60 डिग्रियां ने। ਅੱਜ ਤੁਹਾਨੂੰ ਮਿਲਵਾਵਾਂਗੇ ਸਾਡੇ ਦੇਸ਼ ਦੇ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਸ਼ਖਸ ਦੇ ਨਾਲ। ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਗੂਗਲ ਨੂੰ ਵੀ ਗਲਤ ਸਾਬਤ ਕਰ ਦਿੱਤਾ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਮੈਂ ਜਿਹੜੇ ਸ਼ਖਸ ਦੀ ਗੱਲ ਕਰ ਰਿਹਾ ਹਾਂ ਉਹ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਭੁਪਿੰਦਰ ਸਿੰਘ ਬੇਦੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਬਹੁਤ ਸਵਾਗਤ ਹੈ ਤੁਹਾਡਾ ਦ ਖਬਰਸਾਰ 'ਤੇ। ਸ਼ੁਕਰੀਆ ਜੀ, ਧੰਨਵਾਦ ਸਰ। ਧੰਨਵਾਦ, ਸਾਡੇ ਅੱਜ ਦਰਸ਼ਨ ਹੋਏ ਤੁਹਾਡੇ। ਗੂਗਲ ਦੀ ਮੈਂ ਗੱਲ ਕਰ ਰਿਹਾ। ਗੂਗਲ ਦੇ ਮੁਤਾਬਕ ਇੰਡੀਆ ਦੇ ਸਭ ਤੋਂ ਜ਼ਿਆਦਾ ਜਿਹੜੇ ਪੜ੍ਹੇ ਲਿਖੇ ਸ਼ਖਸ ਨੇ ਉਹਨਾਂ ਦਾ ਨਾਮ ਹੈਗਾ ਹੈ ਜੀ ਸ਼੍ਰੀਕਾਂਤ ਜਿਕਰ, ਜਿਨ੍ਹਾਂ ਦੇ ਕੋਲ ਤਕਰੀਬਨ 20 ਡਿਗਰੀਆਂ ਨੇ। ਉਸ ਤੋਂ ਇਲਾਵਾ ਇੱਕ ਨਾਮ ਹੈਗਾ ਹੈ ਜੀ ਡਾਕਟਰ ਹਰਦਿਆਲ ਸਿੰਘ ਸੈਂਭੀ ਜੀ, ਜੋ ਜਗਰਾਓਂ ਤੋਂ ਨੇ, ਅਤੇ ਇਹਨਾਂ ਦੇ ਕੋਲ ਤਕਰੀਬਨ 35 ਡਿਗਰੀਆਂ ਨੇ। ਜੇ ਅਸੀਂ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਕੌਣ ਨੇ, ਉਹ ਇਹ ਲਿਸਟ ਹੈਗੀ ਹੈ। ਮੈਂ ਉਹ ਵੀ ਕੱਢ ਕੇ ਦੇਖੀ ਹੈ ਗੂਗਲ 'ਤੇ ਜੋ ਪਈ ਹੈ। ਡਾਕਟਰ ਸੈਂਭੀ ਜੀ ਦਾ ਨਾਮ ਵਿੱਚ ਹੈਗਾ 35 ਡਿਗਰੀਆਂ ਵਾਲੇ। ਇੰਡੀਆ ਦੇ ਇੱਕ ਹੋਰ ਨੇ ਡਾਕਟਰ ਅਸ਼ੋਕਾ ਪ੍ਰਸਾਦ, ਇਹਨਾਂ ਕੋਲ 19 ਡਿਗਰੀਆਂ ਨੇ। ਡਾਕਟਰ ਬੇਦੀ ਜੀ ਦੀਆਂ 60 ਡਿਗਰੀਆਂ ਨੇ। 60 ਜੇ ਇਹ ਕਹੀਏ ਕਿ ਚੱਲਦਾ ਫਿਰਦਾ ਇੰਸਟੀਟਿਊਟ ਹੈ ਤਾਂ ਗਲਤ ਨਹੀਂ ਹੋਵੇਗਾ ਸਰ। 60 ਡਿਗਰੀਆਂ ਲੈ ਕੇ ਜਾਣਾ ਕਿੱਥੇ ਹੈ? ਨਹੀਂ ਜੀ, ਬਸ ਇੱਕ ਐਜੂਕੇਸ਼ਨ ਨੂੰ ਪਰਸੂਟ ਕਰਨ ਦਾ ਦਿਲ ਦੇ ਵਿੱਚ ਹੈ ਅਰਮਾਨ, ਉਹਨੂੰ ਪੂਰਾ ਕਰਦੇ ਜਾ ਰਹੇ ਹਾਂ। ਕੀ ਬਾਤ ਹੈ ਸਰ। ਸਰ ਇਹ ਸਕੂਲ ਦੇ ਟਾਈਮ ਤੋਂ ਹੀ ਸੀਗਾ ਜਾਂ ਫਿਰ ਕੋਈ ਬਾਅਦ 'ਚ ਅਜਿਹਾ ਕੁਝ ਹੋਇਆ ਜਿਸ ਨੇ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਬਣਾ ਦਿੱਤਾ? ਹਾਂਜੀ, ਆਪਣੇ ਇੰਡੀਆ ਦੇ ਰਿਲੀਜੀਅਸ ਸਕ੍ਰਿਪਚਰਸ ਨੂੰ ਔਰ ਵਰਲਡ ਦੇ ਜਿਹੜੇ ਇੰਪੋਰਟੈਂਟ ਫਿਲਾਸਫਰਸ ਨੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਜ਼ਿੰਦਗੀ ਦੀ ਜਿਹੜੀ ਬੈਸਟ ਪਰਸੂਟ ਹੈ ਉਹ ਐਜੂਕੇਸ਼ਨ ਹੈ ਔਰ ਐਨਲਾਈਟਨਮੈਂਟ ਹੈ। ਔਰ ਇਹਨੂੰ ਪਰਸੂ ਕਰਨ ਨਾਲ ਇਨਸਾਨ ਜੋ ਸਾਨੂੰ ਪਰਮਾਤਮਾ ਨੇ ਇਨਸਾਨੀ ਜਨਮ ਦਿੱਤਾ ਉਹਦੇ ਨਾਲ ਅਸੀਂ ਜਸਟਿਸ ਕਰ ਸਕਦੇ। ਸਰ ਤੁਸੀਂ ਪੜ੍ਹਦੇ ਹੀ ਰਹੇ ਜਾਂ ਆਪਣੇ ਵਾਸਤੇ ਟਾਈਮ ਵੀ ਕੱਢਿਆ ਹੈ? ਮਤਲਬ ਫੈਮਿਲੀ 'ਚ ਕੌਣ ਕੌਣ ਹੈ? ਫੈਮਿਲੀ 'ਚ ਆਈ ਹੈਵ 5 ਚਿਲਡਰਨ ਐਂਡ ਮਾਈ ਵਾਈਫ। ਆਈ ਹੈਵ 3 ਡਾਟਰਸ ਐਂਡ 2 ਸਨਸ। ਬਾਕੀ ਮੇਰੇ ਬ੍ਰਦਰਸ ਨੇ, ਮੇਰੇ ਮਦਰ ਨੇ, ਫਾਦਰ ਮੇਰੇ 2018 'ਚ ਐਕਸਪਾਇਰ ਹੋਏ ਸੀ। ਆਮ ਸੌਰੀ ਸਰ। ਤੁਹਾਡੀ ਏਜ ਕਿੰਨੀ ਹੈ ਜੀ? ਆਈ ਐਮ 62 ਨਾਓ। ਸਰ ਇਸ ਹਿਸਾਬ ਨਾਲ ਤਾਂ ਤੁਸੀਂ ਫਿਰ 2 ਸਾਲ ਦੇ ਪੜ੍ਹਨ ਲੱਗੇ ਹੋਣੇ ਆ। 60 ਡਿਗਰੀਆਂ ਤੁਸੀਂ ਲਈ ਬੈਠੇ ਹੋ ਆਪਣੇ ਕੋਲ। ਨਹੀਂ ਜੀ, ਮੈਂ ਆਪਣੀ ਰੈਗੂਲਰ ਜਿਹੜੀ ਐਜੂਕੇਸ਼ਨ ਆ ਉਹ 81 'ਚ ਕੀਤੀ ਸੀਗੀ, ਖਤਮ ਕੀਤੀ ਸੀ ਜੀ। ਉਸ ਤੋਂ ਬਾਅਦ ਆਈ ਜੁਆਇਨਡ ਕਸਟਮਸ ਡਿਪਾਰਟਮੈਂਟ ਐਜ਼ ਏ ਕਸਟਮਸ ਆਫਿਸਰ ਐਂਡ ਆਈ ਰਿਟਾਇਰਡ ਫਰੋਮ ਦੈਟ ਡਿਪਾਰਟਮੈਂਟ ਇਨ 2017। ਅਤੇ ਫਿਰ 2017 ਤੋਂ ਬਾਅਦ ਮਤਲਬ ਕਿਵੇਂ ਇਹ ਪੜ੍ਹਾਈ ਵਾਲਾ ਵਿੱਚ ਕਿੱਥੋਂ ਫਿਤੂਰ ਜਿਹੜਾ ਆਇਆ ਹੈ, ਪੈਸ਼ਨ, ਉਹ ਕਿੱਥੋਂ ਆਇਆ? ਡਿਊਰਿੰਗ ਮਾਈ ਸਰਵਿਸ ਮੈਂ ਡਿਸਟੈਂਸ ਐਜੂਕੇਸ਼ਨ ਕਿਉਂਕਿ ਮੈਨੂੰ ਸੂਟ ਕਰਦੀ ਸੀ। ਇਟ ਇਜ਼ ਸਪੈਸ਼ਲੀ ਡਿਜ਼ਾਈਨਡ ਫॉर ਦੀ ਸਰਵਿੰਗ ਕਲਾਸ ਐਂਡ ਫॉर ਅਡਲਟਸ ਹੂ ਵਾਂਟ ਟੂ ਪਰਸੂ ਦੀ ਐਜੂਕੇਸ਼ਨਲ ਫੀਲਡ। ਅਤੇ ਡਿਸਟੈਂਸ ਐਜੂਕੇਸ਼ਨ ਦੀ ਹੈਲਪ ਲੈ ਕੇ ਮੈਂ ਆਪਣਾ ਸਾਰਾ ਜਿਹੜਾ ਏਮ ਅਤੇ ਟਾਰਗੇਟ ਪੂਰਾ ਕੀਤਾ। ਸਰ 1981 ਦੇ ਵਿੱਚ ਤੁਸੀਂ ਰੈਗੂਲਰ ਸਟੱਡੀਜ਼ ਆਪਣੀ ਜਦੋਂ ਕੰਪਲੀਟ ਕੀਤੀ ਹੈ, ਉਸ ਤੋਂ ਬਾਅਦ ਤੁਹਾਡੀ ਜੌਬ ਲੱਗੀ। ਜੌਬ 2017 ਵਿੱਚ ਤੁਸੀਂ ਰਿਟਾਇਰ ਹੋਏ ਹੋ ਅਤੇ ਵਿੱਚ ਦੁਬਾਰਾ ਕਿੱਥੇ, ਮਤਲਬ ਕਿ ਇਹ ਪੜ੍ਹਾਈ ਵਾਲਾ ਜਿਹੜਾ, ਮੈਂ ਦੁਬਾਰਾ ਉਹੀ ਸਵਾਲ ਕੀਤਾ ਹੈ, ਪੜ੍ਹਾਈ ਵਾਲਾ ਵਿੱਚ ਕਦੋਂ ਜਾਗਿਆ ਜੀ ਫਿਤੂਰ? ਇਹ 2004 ਤੋਂ ਜੀ ਮੈਨੂੰ ਲੱਗਿਆ ਕਿ ਆਪਣੀ ਜ਼ਿੰਦਗੀ ਦੇ ਨਾਲ ਜਸਟਿਸ ਕਰਨ ਦਾ ਔਰ ਗਿਆਨ ਹਾਸਲ ਕਰਨ ਦਾ ਔਰ ਐਜੂਕੇਸ਼ਨ ਨੂੰ ਪਰਸੂਟ ਕਰਨ ਦਾ। ਜਿਸ ਤਰ੍ਹਾਂ ਕਿ ਮੈਂ ਪਹਿਲੇ ਜ਼ਿਕਰ ਕੀਤਾ ਕਿ ਆਪਣੇ ਜਿਹੜੇ ਵਰਲਡ ਦੀਆਂ ਜਿਹੜੀਆਂ ਰਿਲੀਜਨਸ ਨੇ ਉਹਨਾਂ ਦੇ ਰਿਲੀਜੀਅਸ ਸਕ੍ਰਿਪਚਰਸ ਤੋਂ ਪੜ੍ਹ ਕੇ ਔਰ ਵਰਲਡ ਦੇ ਜਿਹੜੇ ਟੌਪ ਮੋਸਟ ਫਿਲਾਸਫਰਸ ਨੇ ਉਹਨਾਂ ਦੀ ਟੀਚਿੰਗਸ ਨੂੰ ਪੜ੍ਹ ਕੇ ਮੈਨੂੰ ਇਹ ਲੱਗਿਆ ਕਿ ਆਪਾਂ ਨੂੰ ਗਿਆਨ ਹਾਸਲ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ। ਸਰ 2004 ਦੇ ਵਿੱਚ ਕੁਝ ਮਤਲਬ ਹੋਇਆ ਸੀ ਕੁਝ ਖਾਸ ਜਿਸ ਨੇ ਝੰਜੋੜਿਆ ਵੀ ਨਹੀਂ ਦੁਬਾਰਾ ਕਿਤਾਬਾਂ ਵੱਲ ਜਾਓ? ਕੁਛ ਅਜਿਹਾ ਹੁੰਦਾ ਨਾ, ਬੰਦੇ ਨੂੰ ਕੁਛ ਨਾ ਕੁਛ ਮੋਟੀਵੇਟ ਕਰਦਾ ਹੈ ਵੀ ਯਾਰ ਨਹੀਂ ਇਹ ਨਹੀਂ, ਮੈਂ ਵੀ ਕਰ ਸਕਦਾ। ਡਿਵਾਈਨ ਬਲੈਸਿੰਗਸ ਹੁੰਦੀਆਂ ਨੇ ਜੀ, ਡਿਵਾਈਨ ਬਲੈਸਿੰਗਸ ਹੁੰਦੀਆਂ। ਕਹਿੰਦੇ ਮੈਨ ਪ੍ਰਪੋਜ਼ਿਸ ਗੋਡ ਡਿਸਪੋਜ਼ਿਸ। ਪਰਮਾਤਮਾ ਨੇ ਡਿਟਰਮਿਨ ਕੀਤਾ ਹੁੰਦਾ ਕਿ ਤੁਹਾਨੂੰ ਕਿਸ ਕੰਮ ਦੇ ਵਾਸਤੇ ਇਸ ਦੁਨੀਆ 'ਚ ਭੇਜਿਆ ਗਿਆ ਔਰ ਤੁਸੀਂ ਕਿਹਨੂੰ ਪਰਸੂ ਕਰਨਾ। ਆਈ ਥਿੰਕ ਕਿ ਕ੍ਰੈਡਿਟ ਸ਼ੁੱਡ ਬੀ ਗਿਵਨ ਟੂ ਦੀ ਲਾਰਡ ਆਲਮਾਈਟੀ
ਕਿ ਉਹਨੇ ਮੈਨੂੰ ਆਪਣੇ ਆਪ ਹੀ ਮੇਰੀ ਜਿਹੜੀ ਰੁਝਾਨ ਹੈ ਜਾਂ ਮੇਰਾ ਜਿਹੜਾ ਇੰਟਰਸਟ ਹੈ ਇਸ ਫੀਲਡ 'ਚ ਕ੍ਰੀਏਟ ਕੀਤਾ ਐਂਡ ਆਈ ਐਮ ਥੈਂਕਫੁਲ ਟੂ ਦੀ ਆਲਮਾਈਟੀ। ਸਰ ਮੇਰੇ ਖਿਆਲ 'ਚ ਜਿੱਥੇ ਜੇ ਮੈਂ ਗਲਤ ਨਹੀਂ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤੁਸੀਂ ਕਿਹਾ ਕਿ ਕੈਨੇਡਾ ਲਈ ਆਈਲੈਟਸ ਦਾ ਸੀਗਾ ਅਤੇ ਉੱਥੇ ਹੋਰ ਬੱਚੇ ਵੀ ਖੜ੍ਹੇ ਸੀ, ਸਭ ਤੋਂ ਉਮਰ ਦਰਾਜ਼ ਤੁਸੀਂ ਸੀਗੇ ਅਤੇ ਤੁਹਾਨੂੰ ਉੱਥੇ ਲੱਗਿਆ ਯਾਰ ਮੈਂ ਬੱਚੇ ਮਤਲਬ ਕਿ ਮੈਂ ਸ਼ਾਇਦ ਨਾ ਕਲੀਅਰ ਕਰ ਸਕਾਂ, ਬੱਚੇ ਅੱਗੇ ਲੰਘ ਜਾਣ, ਉਹ ਕੀ ਵਾਕਾ ਸੀ? ਉਹ ਇਸ ਤਰ੍ਹਾਂ ਸੀ ਜੀ, ਆਈਲੈਟਸ ਦਾ ਪੇਪਰ ਮੈਂ ਦਿੱਤਾ ਸੀਗਾ 2004 ਦੇ ਵਿੱਚ। ਉਦੋਂ ਮੈਂ ਜਲੰਧਰ ਸੈਂਟਰ ਦੇ ਵਿੱਚ ਅਪੀਅਰ ਹੋਇਆ ਸੀ, ਕਿਉਂਕਿ ਮੈਂ ਉਦੋਂ ਐਜੂਕੇਸ਼ਨ ਤੋਂ ਪਹਿਲੇ ਜਿਹੜੀ ਰੈਗੂਲਰ ਸੀ ਉਹਦੇ ਤੋਂ ਵੀ ਇੰਨਾ ਦੂਰ ਜਾ ਚੁੱਕਿਆ ਸੀ ਕਿ ਮੈਨੂੰ ਇਹ ਲੱਗਿਆ ਕਿ ਸ਼ਾਇਦ ਸਾਰੇ ਬੱਚੇ ਮੇਰੇ ਤੋਂ ਅੱਗੇ ਹੀ ਨੇ, ਮੈਨੂੰ ਸਭ ਤੋਂ ਘੱਟ ਆਉਂਦਾ। ਲੇਕਿਨ ਜਦੋਂ ਮੇਰੇ ਰਿਜ਼ਲਟਸ ਆਏ ਜਾਂ ਮੈਂ 1-2 ਪੇਪਰ ਉਸ ਤੋਂ ਬਾਅਦ ਹੋਰ ਦਿੱਤੇ, ਫਿਰ ਮੈਨੂੰ ਲੱਗਿਆ ਕਿ ਨਹੀਂ ਅਜੇ ਉਹ ਸਪਾਰਕ ਹੈਗਾ ਔਰ ਉਹਨੂੰ ਯੂਟੀਲਾਈਜ਼ ਕਰਨਾ ਚਾਹੀਦਾ, ਅਤੇ ਮੈਂ ਇੱਧਰ ਸ਼ੁਰੂ ਕਰਤਾ। ਉਹ ਸਪਾਰਕ ਤਾਂ ਫਿਰ ਜਵਾਲਾ ਬਣ ਕੇ ਨਿਕਲਿਆ ਜੀ। ਉਸ ਤੋਂ ਬਾਅਦ ਕਿੰਨੀਆਂ ਡਿਗਰੀਆਂ ਕੀਤੀਆਂ ਤੁਸੀਂ? ਉਸ ਤੋਂ ਬਾਅਦ ਜੀ ਸਰ 19 ਤਾਂ ਮਾਸਟਰਸ ਔਰ ਮੇਜਰ ਡਿਗਰੀਜ਼ ਨੇ ਇਨਕਲੂਡਿੰਗ PhD, ਔਰ ਉਹਦੇ ਵਿੱਚ ਮੇਰਾ 골ਡ ਮੈਡਲ ਹੈ ਪੰਜਾਬ ਯੂਨੀਵਰਸਿਟੀ ਤੋਂ ਗਾਂਧੀਅਨ ਐਂਡ ਪੀਸ ਸਟੱਡੀਜ਼, ਜਿਹਦੇ 'ਚ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਮੈਨੂੰ 골ਡ ਮੈਡਲ ਮਿਲਿਆ ਸੀ ਔਰ ਮੈਂ ਯੂਨੀਵਰਸਿਟੀ ਨੂੰ ਟੌਪ ਕੀਤਾ ਸੀ। 19 ਤੋਂ ਇਲਾਵਾ ਮੇਰੇ 15 ਡਿਪਲੋਮਾ ਕੋਰਸਿਸ ਨੇ ਵੇਰੀਅਸ ਯੂਨੀਵਰਸਿਟੀਜ਼ ਆਫ ਇੰਡੀਆ ਤੋਂ, ਔਰ 29 ਦੇ ਕਰੀਬ ਸਰਟੀਫਿਕੇਟ ਕੋਰਸਿਸ ਨੇ ਫਰੋਮ ਵੇਰੀਅਸ ਯੂਨੀਵਰਸਿਟੀਜ਼ ਆਫ ਇੰਡੀਆ। ਇਸ ਤੋਂ ਇਲਾਵਾ ਮੈਂ 3 ਸਾਲ 2007, 8 ਐਂਡ 9 ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਸਟੇਟ ਟੌਪਰ ਪੰਜਾਬ ਤੋਂ ਰਿਹਾ। ਸਰ ਸੈਯਦ ਅਹਿਮਦ ਖਾਨ ਸਾਹਿਬ ਦੇ ਉੱਤੇ ਮੈਂ ਪੇਪਰ ਰਾਈਟ ਕੀਤਾ ਸੀ, ਉਹਦੇ 'ਚ ਮੈਨੂੰ ਜਿਹੜਾ ਸਟੇਟ ਟੌਪਰ ਡਿਕਲੇਅਰ ਕੀਤਾ ਗਿਆ ਸੀ ਪੰਜਾਬ ਯੂਨੀਵਰਸਿਟੀ ਤੋਂ। ਅਤੇ ਉਸ ਤੋਂ ਬਾਅਦ ਫਿਰ ਮੈਂ ਗਾਂਧੀਅਨ ਐਂਡ ਪੀਸ ਸਟੱਡੀਜ਼ ਦੇ ਉੱਤੇ ਹੀ ਪੰਜਾਬ ਯੂਨੀਵਰਸਿਟੀ ਤੋਂ PhD ਕਰਕੇ ਡਾਕਟਰੇਟ ਦੀ ਡਿਗਰੀ ਲਈ, ਅਤੇ ਆਪਣੇ ਲਾਸਟ ਈਅਰਸ ਜਿਹੜੇ ਮੇਰੇ ਸਰਵਿਸ ਦੇ ਸੀ ਉਹਦੇ ਵਿੱਚ ਮੈਂ LLB ਪੰਜਾਬ ਯੂਨੀਵਰਸਿਟੀ ਤੋਂ ਕਰਕੇ ਉਹ ਫਸਟ ਡਿਵੀਜ਼ਨ ਦੇ ਵਿੱਚ 61% ਮਾਰਕਸ ਨਾਲ ਕੀਤੀ। ਮਤਲਬ ਵਕਾਲਤ ਵੀ ਤੁਸੀਂ ਕੀਤੀ? ਹਾਂਜੀ ਹਾਂਜੀ ਹਾਂਜੀ। ਪ੍ਰੈਕਟਿਸ ਕਰਦੇ ਹੋ ਸਰ? ਮੈਂ ਮੈਂਬਰ ਹਾਂ ਜੀ ਡਿਸਟ੍ਰਿਕਟ ਬਾਰ ਕੌਂਸਲ ਲੁਧਿਆਣਾ ਦਾ ਵੀ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ। ਤੁਸੀਂ ਪ੍ਰੈਕਟਿਸ ਕਰਦੇ ਹੋ? ਨਹੀਂ, ਮੈਂ ਪ੍ਰੈਕਟਿਸ ਨਹੀਂ ਕਰਦਾ, ਕਿਉਂਕਿ ਮੇਰਾ ਏਮ ਤਾਂ ਬੇਸਿਕਲੀ ਇਹ ਸੀ ਕਿ ਮੈਂ ਪੂਅਰ ਐਂਡ ਨੀਡੀ ਜਿਹੜੇ ਲੋਕ ਨੇ ਉਹਨਾਂ ਦੀ ਲੀਗਲ ਫ੍ਰੀ ਏਡ ਕਰਨੀ ਹੈ। ਲੇਕਿਨ ਫਿਰ ਮੈਨੂੰ ਇਹ ਲੱਗਿਆ ਕਿ ਮੇਰਾ ਟਾਈਮ ਉੱਧਰ ਨਾਲੋਂ ਜ਼ਿਆਦਾ ਮੈਂ ਆਪਣੀ ਜਿਹੜਾ ਮੇਰਾ ਮੇਨ ਹੈਗਾ ਜਿੱਧਰ ਮੇਰਾ ਇੰਟਰਸਟ ਹੈ ਪੜ੍ਹਾਈ ਵੱਲ, ਮੈਂ ਉਹੀ ਕਰਾਂ। ਔਰ ਮੈਂ ਹੁਣ ਇਸ ਸੈਸ਼ਨ ਦੇ ਵਿੱਚ ਵੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦਾ ਡਿਪਲੋਮਾ ਇਨ ਏਡਸ ਐਂਡ ਫੈਮਿਲੀ ਐਜੂਕੇਸ਼ਨ ਦੇ 6 ਪੇਪਰ ਦਿੱਤੇ ਨੇ, ਜਿਹੜੇ 18 ਫਰਵਰੀ ਨੂੰ ਖਤਮ ਹੋਏ। ਕੀ ਬਾਤ ਹੈ। ਮੈਂ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਨਾ ਜਿਹੜੀ ਲਿਸਟ ਹੈਗੀ ਹੈ ਇਸ 'ਤੇ ਜ਼ਰੂਰ ਇੱਕ ਵਾਰ ਕੈਮਰਾ ਕਰੇ। ਸਰ ਦੀਆਂ ਮਾਸਟਰ ਡਿਗਰੀਜ਼ ਨੇ ਇਹ 19 ਡਿਗਰੀਜ਼ ਨੇ, ਇੰਗਲਿਸ਼, ਹਿਸਟਰੀ, ਪੋਲ ਸਾਇੰਸ, ਗਾਂਧੀਅਨ ਐਂਡ ਪੀਸ ਸਟੱਡੀਜ਼, ਸੋਸ਼ੋਲੋਜੀ, ਪਬਲਿਕ ਐਡਮਿਨਿਸਟ੍ਰੇਸ਼ਨ, ਡਿਸਟੈਂਸ ਐਜੂਕੇਸ਼ਨ, ਰੂਰਲ ਡਿਵੈਲਪਮੈਂਟ, ਸਾਈਕੋਲੋਜੀ, ਪੰਜਾਬੀ, ਫਿਲਾਸਫੀ ਐਜੂਕੇਸ਼ਨ, MCOM, MBA 2 ਨੇ, ਇੱਕ HRM, ਅੱਛਾ 3 ਨੇ, ਇੱਕ HRM, ਇੱਕ IB, ਇੱਕ MBA RM ਐਂਡ ਫਾਈਨੈਂਸ, ਉਸ ਤੋਂ ਬਾਅਦ LLB, ਉਸ ਤੋਂ ਬਾਅਦ PhD, ਉਸ ਤੋਂ ਬਾਅਦ ਇਕਨੋਮਿਕਸ, ਉਸ ਤੋਂ ਬਾਅਦ ਪੇਜ ਖਤਮ ਹੋ ਗਿਆ। ਸਰ ਪੇਜ ਮੁੱਕਿਆ ਤਾਂ ਕਰਕੇ ਡਿਗਰੀਆਂ ਤੁਸੀਂ ਰੋਕੀਆਂ ਨੇ ਜਾਂ ਫਿਰ? ਨਹੀਂ ਜੀ ਨਹੀਂ, ਅੱਗੋਂ ਕੰਟੀਨਿਊ ਰਹੇਗਾ। ਅੱਛਾ ਅੱਗੇ ਕੰਟੀਨਿਊ ਹੈ ਜੀ, ਵਾਪਸ ਆ ਜਾਓ। ਇਹ ਡਿਪਲੋਮਾਸ ਦੀ ਅੱਗੇ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਇੱਥੇ ਵੀ ਜ਼ਰੂਰ ਕਰੇ ਜੀ। ਅੱਗੇ ਲਿਸਟ ਸ਼ੁਰੂ ਹੁੰਦੀ ਹੈ 15 ਜਿਹੜੇ ਡਿਪਲੋਮਾ ਸਰ ਨੇ ਕੀਤੇ ਨੇ, ਅਤੇ ਇਹ ਵੀ ਮੇਰੇ ਖਿਆਲ 'ਚ ਪੇਜਿਸ ਭਰੇ ਨੇ, ਡਿਗਰੀਜ਼ ਤਾਂ ਅੱਗੇ ਚੱਲੀ ਜਾ ਰਹੀਆਂ ਨੇ। ਇਹ ਸਰਟੀਫਾਈਡ ਕੋਰਸਿਸ ਜਿਹੜੇ ਸਰ ਨੇ ਕੀਤੇ ਨੇ। ਸਰ ਅੱਛਾ ਕੋਈ ਇੱਦਾਂ ਦਾ ਰਹਿੰਦਾ ਵੀ ਹੈ ਜਿਹੜਾ ਅਸੀਂ ਨਾ ਕੀਤਾ ਹੋਵੇ ਹੁਣ ਤੱਕ? ਐਕਚੁਅਲੀ ਮੈਨੂੰ ਜੇ ਤੁਸੀਂ ਹੁਣ ਖੁਦ ਵੀ ਕਹੋ ਕਿ ਮੈਂ ਲਿਖ ਕੇ ਦੱਸਾਂ ਕਿ ਮੈਂ ਕਿੰਨੀਆਂ ਡਿਗਰੀਆਂ ਕੀਤੀਆਂ, ਤਾਂ ਮੈਂ ਨਹੀਂ ਲਿਖ ਸਕਦਾ, ਆਪ ਖੁਦ ਨਹੀਂ ਲਿਖ ਸਕਦਾ, ਕਿਉਂਕਿ ਮੈਨੂੰ ਲਿਸਟ ਤੋਂ ਹੀ ਦੇਖਣਾ ਪੈਂਦਾ। ਕਈ ਵਾਰੀ ਮੈਂ ਪ੍ਰੋਸਪੈਕਟਸ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦਾ ਦੇਖਦਾ, ਉਹਦੇ 'ਚ ਮੈਨੂੰ ਲੱਗਦਾ ਹੁੰਦਾ ਵੀ ਆਹ ਰਹਿ ਗਿਆ, ਲੇਕਿਨ ਜਦੋਂ ਮੈਂ ਆਪਣੀ ਫਾਈਲ ਦੇਖਦਾ ਤਾਂ ਉਹਦੇ 'ਚੋਂ ਡਿਗਰੀ ਆਲਰੇਡੀ ਪਈ ਹੁੰਦੀ ਹੈ। ਮੈਂ ਭੁੱਲ ਚੁੱਕਿਆ ਹੁੰਦਾ ਕਿ ਮੈਂ ਕੰਪਲੀਟ ਕਰ ਦਿੱਤੀ ਹੈ। ਤੋ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ, ਮੈਨੂੰ ਤਾਂ ਸਿਰਫ ਪੜ੍ਹਨ ਵਾਸਤੇ ਚਾਹੀਦਾ ਹੁੰਦਾ ਹੈ, ਔਰ ਉਹਨੂੰ ਇੱਕ ਲੀਗਲਾਈਜ਼ ਕਰਨ ਵਾਸਤੇ ਮੈਂ ਅਪੀਅਰ ਜ਼ਰੂਰ ਹੁੰਦਾ, ਤਾਂ ਕਿ ਮੇਰਾ ਲਿੰਕ ਜਿਹੜਾ ਉਹ ਇਸ ਫੀਲਡ ਦੇ ਨਾਲੋਂ ਮੇਰੇ ਆਖਰੀ ਦਿਨ ਤੱਕ ਨਾ ਟੁੱਟੇ। ਕੀ ਬਾਤ ਹੈ। ਸਰ ਜਿਵੇਂ ਮੈਂ ਦੱਸਿਆ ਵੀ ਤੁਸੀਂ ਦੱਸਿਆ 60 ਸਾਲ ਦਾ 62 ਸਾਲ ਉਮਰ ਹੈਗੀ ਹੈ ਅਤੇ 60 ਡਿਗਰੀਆਂ ਨੇ, ਇਹ 2 ਕਾਕਾਂ ਨੂੰ ਛੱਡੀਆਂ ਇਹ ਵੀ ਕਰ ਦੇਣੀਆਂ ਸੀ? ਨਹੀਂ, ਇਹ ਵੀ ਹੋ ਜਾਣਗੀਆਂ ਜੀ। 6 ਮੇਰੀਆਂ ਜਿਹੜੀਆਂ ਨੇ ਇਨ ਪ੍ਰੋਸੈਸ ਨੇ, ਕਿਉਂਕਿ ਮੈਂ MA ਹਿੰਦੀ ਪਾਰਟ 1 LPU ਯੂਨੀਵਰਸਿਟੀ ਦਾ ਡਿਸਟੈਂਸ ਐਜੂਕੇਸ਼ਨ 'ਚ ਵਿਦ ਫਸਟ ਡਿਵੀਜ਼ਨ ਕੰਪਲੀਟ ਕੀਤਾ। ਪਾਰਟ 2 ਇਸ ਸਾਲ ਦਸੰਬਰ ਦੇ ਵਿੱਚ ਪੂਰਾ ਹੋ ਜਾਏਗਾ। ਉਸ ਤੋਂ ਇਲਾਵਾ ਮੇਰਾ ਇੱਕ ਜਿਹੜੀ ਪੋਸਟ ਗ੍ਰੈਜੂਏਸ਼ਨ ਹੈ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੀ ਹੈ, ਔਰ 4 ਡਿਗਰੀਆਂ ਹੋਰ ਨੇ ਜਿਹੜੀਆਂ ਕਿ ਇਨ ਪ੍ਰੋਸੈਸ ਨੇ, ਉਹਨਾਂ ਨੂੰ ਮੈਂ ਇਹਦੇ ਵਿੱਚ ਜਿਹੜਾ ਮੈਂਸ਼ਨ ਨਹੀਂ ਕੀਤਾ। ਉਹ ਕੰਪਲੀਟ ਕਦੋਂ ਹੋਣੀਆਂ ਨੇ ਸਰ?
ਉਹ ਵਿਦਿਨ ਦੀ ਸਪੈਨ ਆਫ 1.5 ਈਅਰ। ਮਤਲਬ ਸਾਲ ਡੇਢ ਸਾਲ ਦੇ ਵਿੱਚ ਨਾ ਸਰ ਵੈਸੇ ਵੀ ਦੁਨੀਆ ਦੇ ਮੇਰੇ ਖਿਆਲ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਨੇ। ਕੈਮਰਾਮੈਨ ਪਿੱਛੇ ਦੰਦ ਕੱਢੀ ਜਾਂਦੇ, ਸਪਲੀ ਆਈ ਹੋਈ ਹੈ ਉਹਦੀ। ਤੇ ਸਰ ਸਪਲੀ ਤੋਂ ਯਾਦ ਆਇਆ, ਤੁਹਾਡੀ ਕਦੇ ਸਪਲੀ ਆਈ ਹੈ ਡਿਊਰਿੰਗ ਦੀਜ਼ ਡਿਗਰੀਜ਼ ਜਾਂ ਫਿਰ ਜੋ ਡਿਪਲੋਮਾਸ ਤੁਸੀਂ ਕੀਤੇ ਨੇ ਕਦੇ? ਕੋਈ ਇੱਕ ਅੱਧੀ ਵਾਰੀ ਕੋਈ ਰੇਅਰ ਚਾਂਸ ਹੋਏਗਾ ਕਿ ਕਿਉਂਕਿ ਮੇਰੇ ਵੇਰੀਅਸ ਸਬਜੈਕਟਸ ਸੀਗੇ, ਐਸੇ ਸਬਜੈਕਟਸ ਸੀ ਜਿਹਦੇ ਨਾਲ ਮੇਰਾ ਕਦੀ ਆਪਣੇ ਸਟੂਡੈਂਟ ਰੈਗੂਲਰ ਕੈਰੀਅਰ ਦੇ ਵਿੱਚ ਕਦੀ ਲਿੰਕ ਵੀ ਨਹੀਂ ਰਿਹਾ। ਉਹਦੇ ਵਿੱਚ ਇੱਕ ਅੱਧੀ ਵਾਰੀ ਆਈ ਹੋਏਗੀ, ਲੇਕਿਨ ਮੈਂ ਕਦੀ ਵੀ ਇਹ ਨਹੀਂ ਕੋਸ਼ਿਸ਼ ਕੀਤੀ ਕਿ ਮੈਨੂੰ ਕੋਈ ਅਨਫੇਅਰ ਮੀਨਸ ਜਾਂ ਕੋਈ ਮੇਰੀ ਹੈਲਪ ਕਰੇ। ਮੈਂ ਉਹਦੇ 'ਚੋਂ ਮਤਲਬ ਸਪਲੀ ਲੈਣੀ ਜਿਹੜੀ ਹੈ ਮਨਜ਼ੂਰ ਕਰਦਾ ਸੀ, ਲੇਕਿਨ ਮੈਂ ਫਿਰ ਦੁਬਾਰਾ ਉਹਦੇ 'ਚ ਅਪੀਅਰ ਹੋ ਕੇ ਆਪਣੀ ਜਿਹੜੀ ਕਾਮਯਾਬੀ ਹੈ ਉਹਨੂੰ ਇਨਸ਼ੋਰ ਕਰਦਾ ਸੀ। ਸਰ ਜਿੰਨੀਆਂ ਕੁ ਤੁਸੀਂ ਡਿਗਰੀਜ਼ ਕੀਤੀਆਂ ਹੋਈਆਂ ਨੇ ਜਾਂ ਜਿੰਨੇ ਕੁ ਤੁਹਾਡੇ ਕੋਲ ਡਿਪਲੋਮਾਸ ਵੀ ਨੇ ਹੈ ਨਾ, ਸਰਟੀਫਾਈਡ ਕੋਰਸਿਸ ਨੇ, ਮੈਮ ਨੂੰ ਤਾਂ ਤੁਸੀਂ ਮੇਰੇ ਖਿਆਲ 'ਚ ਫਿਰ 2004 ਤੋਂ ਬਾਅਦ ਟਾਈਮ ਬੜਾ ਘੱਟ ਦਿੱਤਾ ਹੋਣਾ ਹੈ ਜੀ। ਜ਼ਿਆਦਾ ਟਾਈਮ ਤਾਂ ਤੁਹਾਡਾ ਪੜ੍ਹਾਈ 'ਚ ਹੀ ਨਿਕਲ, ਕਿਤਾਬਾਂ 'ਚ ਨਿਕਲਿਆ ਹੋਣਾ। ਫੈਮਿਲੀ ਨੂੰ ਟਾਈਮ ਕਿਵੇਂ ਦਿੰਦੇ ਸੀ? ਨਹੀਂ, ਮੈਂ ਕਦੀ ਵੀ ਜਿਹੜੀ ਮੇਰੀ ਸਾਰੀ ਐਜੂਕੇਸ਼ਨ ਦੇ ਵਿੱਚ, ਸਾਰੀਆਂ ਡਿਗਰੀਜ਼ ਦੇ ਵਿੱਚ, ਮੈਂ ਕਦੀ ਵੀ ਨਾ ਤਾਂ ਕਿਸੇ ਸਕੂਲ 'ਚ ਗਿਆ, ਨਾ ਕਿਸੇ ਕਾਲਜ 'ਚ ਗਿਆ, ਨਾ ਕਿਸੇ ਇੰਸਟੀਟਿਊਸ਼ਨ 'ਚ ਗਿਆ ਐਕਸੈਪਟ LLB। ਔਰ ਮੇਰੇ ਬੱਚਿਆਂ ਨੂੰ ਤੇ ਮੇਰੀ ਫੈਮਿਲੀ ਨੂੰ ਕਦੀ ਇਹ ਮਹਿਸੂਸ ਵੀ ਨਹੀਂ ਹੋਇਆ ਕਿ ਮੈਂ ਪੜ੍ਹਦਾ ਹਾਂ, ਕਿਉਂਕਿ ਜਿਸ ਦਿਨ ਮੇਰਾ ਨੈਕਸਟ ਡੇ ਪੇਪਰ ਹੁੰਦਾ ਉਸ ਤੋਂ ਇੱਕ ਰਾਤ ਪਹਿਲੇ ਸਿਰਫ ਹਾਫ ਐਨ ਆਵਰ ਬਗੈਰ ਕਿਸੇ ਨੂੰ ਦੱਸੇ ਮੈਂ ਜਿਹੜੀ ਬੁੱਕ ਹੈ ਮੇਨ ਉਹਨੂੰ ਉਹਦੇ ਸਿਰਫ ਪੇਜਿਸ ਅਨਫਰਲ ਕਰਦਾ ਕਿ ਮੈਨੂੰ ਪਤਾ ਲੱਗ ਜੇ ਵੀ ਇਹਦੇ 'ਚ ਹੈ ਕੀ ਹੈ। ਅੱਗੋਂ ਜਿਹੜਾ ਉਹਦਾ ਮਟੀਰੀਅਲ ਹੈ ਉਹ ਦੂਜੇ ਦਿਨ ਮੈਂ ਆਪਣੇ ਕੋਲੋਂ ਮੇਰਾ ਸੈਲਫ ਮੇਡ ਜਿਹੜਾ ਹੈਗੀ ਨੌਲੇਜ ਹੈ ਉਹੀ ਮੈਂ ਐਕਸਪ੍ਰੈਸ ਕਰਦਾ, ਜਿਹੜਾ ਮਤਲਬ ਮੈਨੂੰ ਕਾਮਯਾਬੀ ਦਿੰਦਾ। ਮੈਂ ਇੱਕ ਚੇਤਾਵਨੀ ਹੈ ਨੌਜਵਾਨਾਂ ਲਈ, ਕਿਤੇ ਤੁਸੀਂ ਸੁਣ ਕੇ ਵੀ ਇੱਕ ਦਿਨ ਪਹਿਲਾਂ ਘੰਟਾ ਅੱਧਾ ਘੰਟਾ ਪੜ੍ਹ ਕੇ ਸਾਰਾ ਕੁਝ ਯਾਦ ਹੁੰਦਾ, ਤੁਸੀਂ ਅਜ਼ਮਾਈਓ ਨਾ, ਹੋਰ ਕਿਤੇ ਫੇਲ ਹੋ ਜਾਓਗੇ ਫਿਰ ਕਹੋਗੇ ਵੀ ਸਰ ਕਹਿੰਦੇ ਸੀ ਘੰਟਾ ਕੁ ਪੜ੍ਹੋ ਤਾਂ ਪਾਸ ਹੋ ਜਾਂਦੇ ਨੇ। ਉਹ ਮਸ਼ੀਨਰੀ ਕੋਈ ਹੋਰ ਲੱਗੀ ਹੋਈ ਹੈ, ਤੁਹਾਡੇ ਵਾਲੀ ਮਸ਼ੀਨਰੀ ਨਹੀਂ ਹੈਗੀ, ਉਹ ਕੰਮ ਨਹੀਂ ਕਰਨੀ। ਸਰ ਤੁਹਾਨੂੰ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਪੈਂਦੀ ਕਦੇ? ਨਹੀਂ ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ, ਲੇਕਿਨ ਮੇਰੇ ਕੋਲ ਆਪਣੇ ਕੋਲ ਆਪਣੀ ਜਿਹੜੀ ਨੌਲੇਜ ਆਲਰੇਡੀ ਇਕੱਠੀ ਕੀਤੀ ਹੋਈ ਹੈ ਦਿਮਾਗ ਦੇ ਵਿੱਚ, ਉਹ ਮੈਨੂੰ ਸਾਰੀ ਕੰਮ ਆਈ। ਨੌਲੇਜ ਤਾਂ ਹੈ ਨਹੀਂ ਤਾਂ ਯੂਨੀਵਰਸਿਟੀ 5 7 10 ਲਾਇਬ੍ਰੇਰੀਜ਼ ਇਕੱਠੀਆਂ ਹੀ ਹੋਈਆਂ ਨੌਲੇਜ ਕਾਹਦੀ ਹੈ ਜੀ? ਇਹ ਤਾਂ ਬਹੁਤ ਕੁਛ ਹੈ ਤੁਹਾਡੇ। ਤੁਸੀਂ ਤਾਂ ਮਤਲਬ ਕਿ ਗੂਗਲ ਨੂੰ ਮੇਰੇ ਖਿਆਲ ਤੁਸੀਂ ਫੇਲ ਕਰਤਾ। ਨਹੀਂ, ਕੋਈ ਨਹੀਂ ਜੀ, ਪਰਮਾਤਮਾ ਦੀ ਬਖਸ਼ਿਸ਼, ਤੁਹਾਡੇ ਵਰਗੇ ਭਰਾਵਾਂ ਦੀਆਂ ਦੁਆਵਾਂ ਔਰ ਐਪਰੀਸੀਏਸ਼ਨ ਹੈ ਕਿ ਜਿਹਦੇ ਕਰਕੇ ਮੈਂ ਚਾਹੁੰਦਾ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਵੀ ਆਪਣੇ ਜਿਹੜਾ ਟਾਈਮ ਵੇਸਟ ਕਰਦੀਆਂ ਜਾਂ ਆਪਣੀਆਂ ਐਨਰਜੀਜ਼ ਨੂੰ ਬੈਟਰ ਪਰਸੂਟਸ ਦੇ ਵਿੱਚ ਐਨਗੇਜ ਨਹੀਂ ਕਰਦੀਆਂ, ਉਹ ਇਸ ਫੀਲਡ ਨੂੰ ਚੁਣਨ ਔਰ ਹਮੇਸ਼ਾ ਪੜ੍ਹਦੇ ਰਹਿਣ। ਅਤੇ ਵੈਸੇ ਮੈਂ ਇਹ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਕਿ ਸਾਡੇ ਇੱਕ ਇੰਡੀਆ ਦੇ ਬਹੁਤ ਇੰਪੋਰਟੈਂਟ ਫਿਲੋਸਫਰ ਐਜੂਕੇਸ਼ਨਿਸਟ ਜਿੱਡੂ ਕ੍ਰਿਸ਼ਨਾ ਮੂਰਤੀ ਹੋਏ ਨੇ ਸਾਊਥ ਇੰਡੀਆ ਤੋਂ। ਉਹਨਾਂ ਨੇ ਕਿਹਾ ਸੀ ਕਿ ਫਰੋਮ ਯੂਅਰ ਬਰਥ ਟਿਲ ਯੂਅਰ ਡੈਥ ਯੂ ਆਰ ਏ ਲਰਨਰ। ਉਹਨਾਂ ਦੀ ਇਸ ਗੱਲ ਨੇ ਵੀ ਮੈਨੂੰ ਮੋਟੀਵੇਟ ਕੀਤਾ। ਔਰ ਦਾ ਹੋਲੀ ਕੁਰਾਨ ਦੇ ਵਿੱਚ ਪ੍ਰੋਫਟ ਮੁਹੰਮਦ ਨੇ ਇਹ ਗੱਲ ਲਿਖੀ ਕਿ ਫਰੋਮ ਯੂਅਰ ਕਰੈਡਲ ਟੂ ਯੂਅਰ ਗਰੇਵ ਯੂ ਆਰ ਏ ਲਰਨਰ। ਆਪਣੀ ਜਨਮ ਤੋਂ ਲੈ ਕੇ ਤੁਸੀਂ ਆਪਣੀ ਗਰੇਵ ਤੱਕ ਜਾਣ ਲੱਗਿਆ ਯੂ ਆਰ ਏ ਲਰਨਰ। ਲਰਨਿੰਗ ਨੈਵਰ ਸਟਾਪਸ। ਕਿਸੇ ਬੰਦੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ 16 ਸਾਲ ਐਜੂਕੇਸ਼ਨ ਹਾਸਲ ਕਰਨੀ ਹੈ। ਜਿੱਥੇ ਤੁਸੀਂ ਇਹ ਸੋਚ ਲਿਆ ਤੁਹਾਡੀ ਗਰੋਥ, ਤੁਹਾਡੀ ਇੰਪਰੂਵਮੈਂਟ ਉੱਥੇ ਹੀ ਸਟਾਪ ਹੋ ਜਾਏਗੀ। ਕਿਉਂਕਿ ਵਿਲੀਅਮ ਸ਼ੇਕਸਪੀਅਰ ਜੋ ਇੰਗਲਿਸ਼ ਦੇ ਬਹੁਤ ਵੱਡੇ ਡਰਾਮਾਟਿਸਟ ਹੋਏ ਨੇ, ਉਹਨਾਂ ਨੇ ਕਿਹਾ ਸੀ ਕਿ ਨੌਲੇਜ ਇਜ਼ ਲਾਈਕ ਏ ਡੈਪਥਲੈਸ ਓਸ਼ਨ, ਦਾ ਡੀਪਰ ਯੂ ਗੋ ਦਾ ਡੀਪਰ ਇਟ ਸੀਮਸ ਟੂ ਬਿਕਮ। ਇਹਦਾ ਕੋਈ ਐਂਡ ਨਹੀਂ ਹੈ। ਇਹਨੂੰ ਜਿਹੜਾ ਬੰਦਾ ਪਰਸੂ ਕਰਦਾ ਰਹੇ, ਉਹ ਇਹ ਨਹੀਂ ਕੋਈ ਵੀ ਦੁਨੀਆ ਦਾ ਬੰਦਾ ਕਲੇਮ ਨਹੀਂ ਕਰ ਸਕਦਾ। ਔਰ ਜਿੰਨਾ ਤੁਸੀਂ ਨੌਲੇਜ ਨੂੰ ਪਰਸਿਊ ਕਰਦੇ ਹੋ ਉਹਨਾਂ ਤੁਹਾਡੇ 'ਚ ਹਿਊਮਿਲਿਟੀ, ਜਿਹੜੀ ਕਿ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਉਹ ਜ਼ਿਆਦਾ ਡਿਵੈਲਪ ਹੁੰਦੀ ਹੈ। ਉਹ ਅਸੀਂ ਦੇਖ ਰਹੇ ਹਾਂ ਸਰ, ਉਹ ਅਸੀਂ ਤੁਹਾਡੇ ਨਾਲ ਬੈਠੇ ਹਾਂ, ਅਸੀਂ ਮਹਿਸੂਸ ਵੀ ਕਰ ਰਹੇ ਹਾਂ। ਵਾਪਸ ਜਾਵਾਂਗੇ ਸਰ 2004 'ਚ ਜਦੋਂ ਆਈਲੈਟਸ ਵਾਲੇ ਤੁਸੀਂ ਕਿਹਾ ਕਿ ਮੈਂ ਬੱਚਿਆਂ ਨੂੰ ਦੇਖਿਆ ਬਾਕੀਆਂ ਨੂੰ, ਫਿਰ ਮੈਂ ਤੁਹਾਨੂੰ ਲੱਗਿਆ ਵੀ ਯਾਰ ਮੇਰਾ ਪਤਾ ਨਹੀਂ ਕਲੀਅਰ ਹੋਣਾ ਕਿ ਨਹੀਂ ਹੋਣਾ। ਉਸ ਆਈਲੈਟਸ ਵਾਲੇ ਪੇਪਰ ਦਾ ਕੀ ਬਣਿਆ? ਉਸ ਆਈਲੈਟਸ ਦੇ ਵਿੱਚ ਜੀ ਮੈਂ ਕੋਈ ਅਕੈਡਮੀ ਨਹੀਂ ਸੀ ਲਾਈ, ਨਾ ਮੈਂ ਕੁਝ ਕੀਤਾ ਸੀਗਾ। ਸਿਰਫ ਮੈਂ ਆਪਣਾ ਘਰ ਬੈਠ ਕੇ ਥੋੜ੍ਹੀ ਬਹੁਤੀ ਲਰਨਿੰਗ ਕੀਤੀ ਸੀ। ਉਹਦੇ 'ਚ ਮੇਰੇ ਜਿਹੜੀ ਲਿਸਨਿੰਗ ਹੈ ਉਹਦੇ 'ਚੋਂ 5 ਬੈਂਡ ਆਏ ਸੀ, ਰੀਡਿੰਗ 'ਚੋਂ 5 ਬੈਂਡ ਆਏ ਸੀ, ਅਤੇ ਰਾਈਟਿੰਗ 'ਚੋਂ 8 ਬੈਂਡ ਆਏ ਸੀ, ਅਤੇ ਸਪੀਕਿੰਗ 'ਚੋਂ ਵੀ 8 ਬੈਂਡ ਆਏ ਸੀ। ਤੁਸੀਂ 8 ਬੈਂਡ ਉਸ ਮੋਡਿਊਲ 'ਚ ਲਏ ਜਿੱਥੇ ਬੱਚਿਆਂ ਦੇ ਆਉਂਦੇ ਹੀ ਨਹੀਂ ਇੰਨੇ ਨੰਬਰ ਹੈ ਸਪੀਕਿੰਗ ਦੇ ਵਿੱਚ, ਅਤੇ ਦੂਜਾ ਤੁਸੀਂ ਕਿਹੜਾ ਬੋਲੇ ਰਾਈਟਿੰਗ ਦੇ ਵਿੱਚ, ਉਹ ਆਉਂਦੇ ਨਹੀਂ। ਉਸ ਮੇਰੇ ਖਿਆਲ 'ਚ ਬਾਕੀਆਂ ਦੇ ਕਿਸੇ ਦੇ ਵੀ ਨਹੀਂ ਆਏ ਹੋਣੇ ਇੰਨੇ। ਨਹੀਂ, ਆ ਜਾਂਦੇ ਨੇ ਜੀ, ਆ ਜਾਂਦੇ ਨੇ, ਲੇਕਿਨ ਚਲੋ 8 ਬੈਂਡ ਤਾਂ ਮੈਕਸੀਮਮ ਹੁੰਦੇ ਆ ਨਾ, ਕਿਉਂਕਿ 9 ਤਾਂ ਜਿਹੜਾ ਟੌਪ ਮੋਸਟ ਹੈ। ਅਤੇ ਉਹ ਮੈਨੂੰ 16 ਚੋਂ 12 ਨੰਬਰ ਚਾਹੀਦੇ ਸੀ, ਜਿੰਨੇ ਵੀ ਚਾਹੀਦੇ ਸੀ ਲੈਂਗੁਏਜ ਦੇ ਵਿੱਚੋਂ, ਉਹ ਪਾ ਕੇ ਫਿਰ ਮੇਰਾ ਕੇਸ ਕਲੀਅਰ ਹੋ ਗਿਆ ਸੀ।
ਅੱਛਾ ਫਿਰ ਤੁਸੀਂ ਬਾਹਰ ਪਹੁੰਚ ਗਏ? ਹਾਂ, ਮੇਰੀ ਫੈਮਿਲੀ ਬੱਚੇ ਸਾਰੇ ਜਿਹੜੇ ਪਹੁੰਚ ਗਏ ਸੀ। ਨਹੀਂ, ਤੁਸੀਂ ਨਹੀਂ ਗਏ? ਮੈਂ ਗਿਆ ਸੀ, ਲੇਕਿਨ ਮੈਂ ਕੈਨੇਡੀਅਨ ਸਿਟੀਜ਼ਨਸ਼ਿਪ ਸਰੈਂਡਰ ਕਰਤੀ ਸੀ, ਮੈਂ ਰੱਖੀ ਨਹੀਂ। ਸਰ ਲੋਕ ਮਰਦੇ ਫਿਰਦੇ ਆ ਜੀ ਸਿਟੀਜ਼ਨਸ਼ਿਪ ਪਿੱਛੇ, ਕੈਨੇਡਾ ਦੀ ਤੁਸੀਂ ਛੱਡ ਕੇ ਆ ਗਏ। ਨਹੀਂ, ਮੈਨੂੰ ਇੱਕ ਤਾਂ ਮੈਂ ਆਪਣੀ ਸਾਰੀ ਜ਼ਿੰਦਗੀ ਇੰਡੀਆ ਨਾਲ ਗੁਜ਼ਾਰੀ ਹੈ, ਚਾਹੇ ਸਾਡੇ ਕੰਟਰੀ ਦੇ ਵਿੱਚ ਜਿੰਨੀਆਂ ਵੀ ਕਮੀਆਂ ਨੇ। ਆਈ ਐਮ ਬੋਰਨ ਹੇਅਰ ਐਂਡ ਆਈ ਵਿਲ ਲਵ ਟੂ ਡਾਈ ਹੇਅਰ ਓਨਲੀ। ਔਰ ਮੈਂ ਆਪਣੇ ਕੰਟਰੀ ਨੂੰ ਸਰਵ ਕਰਨਾ ਚਾਹੁੰਦਾ ਔਰ ਇਹਨਾਂ ਦੇ ਵਿੱਚ ਹੀ ਰਹਿਣਾ ਚਾਹੁੰਦਾ। ਦੂਜੀ ਗੱਲ, ਮੇਰਾ ਕੈਨੇਡਾ 'ਚ ਇਹ ਮੈਂ ਬੱਚਿਆਂ ਨੂੰ ਮਿਲਣ ਐਜ਼ ਏ ਟੂਰਿਸਟ ਜਾ ਸਕਦਾ। ਮੇਰਾ ਉੱਥੇ ਪੈਸਾ ਕਮਾਉਣ ਦਾ, ਉਹਨਾਂ ਦਾ ਕੰਮ ਕਰਨ ਦਾ ਜਾਂ ਕੋਈ ਬੈਨੀਫਿਟ ਲੈਣ ਦਾ ਕੋਈ ਮੇਰਾ ਇੱਦਾਂ ਦਾ ਆਈਡੀਆ ਨਹੀਂ ਸੀ ਹੈਗਾ। ਅਤੇ ਜ਼ਿਆਦਾ ਖੁਸ਼ੀ ਮੈਨੂੰ ਆਪਣੇ ਮੁਲਕ 'ਚ ਰਹਿ ਕੇ ਹੁੰਦੀ। ਕੀ ਬਾਤ ਹੈ ਸਰ, ਬਹੁਤ ਬਹੁਤ ਚੰਗੀ ਤੁਸੀਂ ਗੱਲ ਕਹੀ ਹੈ ਅਤੇ ਮੇਰੇ ਖਿਆਲ ਕਈਆਂ ਨੂੰ ਮੋਟੀਵੇਟ ਵੀ ਕਰੇਗੀ। ਸਰ ਫੈਮਿਲੀ ਤੁਹਾਡੀ ਸਾਰੀ ਬਾਹਰ ਸੈੱਟ ਹੈ, ਮਤਲਬ ਕਿ ਉਹ ਸਿਟੀਜ਼ਨ ਨੇ ਸਾਰੇ? ਹਾਂਜੀ ਹਾਂਜੀ, ਮੇਰੇ ਸਾਰੇ ਬੱਚੇ, ਆਈ ਹੈਵ 5 ਚਿਲਡਰਨ। ਮੇਰੇ 4 ਬੱਚੇ ਕੈਨੇਡੀਅਨ ਸਿਟੀਜ਼ਨ ਨੇ, ਇੱਕ ਵੱਡੀ ਬੇਟੀ ਜਿਹੜੀ ਆ ਉਹ ਬ੍ਰਿਟਿਸ਼ ਸਿਟੀਜ਼ਨ ਹੈ ਔਰ ਮੇਰੀ ਵਾਈਫ ਵੀ ਕੈਨੇਡੀਅਨ ਸਿਟੀਜ਼ਨ। ਸਰ ਕਹਿੰਦੇ ਮੈਂ ਗਿਆ ਨਹੀਂ ਕਿਉਂਕਿ ਦੇਖੋ ਦੇਸ਼ ਨਾਲ ਪਿਆਰ ਹੈ। ਬਹੁਤ ਚੰਗੀ ਗੱਲ ਹੈ, ਲੇਕਿਨ ਕਈ ਨੌਜਵਾਨ ਇਹ ਸੋਚ ਕੇ ਕਿਤੇ ਸਹਿਮ ਨਾ ਜਾਣ। ਦੇਸ਼ ਨਾਲ ਪਿਆਰ ਤਾਂ ਠੀਕ ਹੈ, ਕਿਤੇ ਕੰਡੀਸ਼ਨ ਇਹ ਵੀ ਰੱਖਤੀ ਵੀ 60 ਡਿਗਰੀਆਂ ਕਰਕੇ ਦੇਸ਼ ਨਾਲ ਪਿਆਰ ਕਰੋ ਤਾਂ ਕੰਮ ਔਖਾ ਹੋ ਜਾਣਾ ਫਿਰ, ਹੈ ਨਾ। ਸਰ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ, ਬੱਚੇ ਤੁਹਾਡੇ ਬਾਹਰ ਸੈੱਟ ਨੇ ਸਾਰੇ। ਕਦੀ ਇੱਦਾਂ ਹੋਇਆ ਜੀ ਤੁਹਾਡਾ ਵੀ ਪੇਪਰ ਹੋਵੇ ਅਤੇ ਬੱਚਿਆਂ ਦਾ ਵੀ ਪੇਪਰ ਹੋਵੇ, ਇਕੱਠੇ ਇੱਕ ਕਲਾਸ 'ਚ ਬੈਠ ਕੇ ਕਹਿੰਦੇ ਚਲੋ ਪਾਪਾ ਪੇਪਰ ਦੇਣ ਚੱਲੀਏ? ਹਾਂਜੀ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਵਿੱਚ 1-2 ਵਾਰੀ ਇਸ ਤਰ੍ਹਾਂ ਹੋਇਆ ਕਿ ਮੇਰੀ ਬੇਟੀ ਔਰ ਬੇਟਾ ਸੇਮ ਹਾਲ ਦੇ ਵਿੱਚ ਪੇਪਰ ਦੇ ਰਹੇ ਸੀ। ਅੱਛਾ। ਔਰ ਅਸੀਂ ਤਿੰਨੋਂ ਮਤਲਬ ਕਿ ਫਾਦਰ, ਡਾਟਰ ਐਂਡ ਸਨ ਇਕੱਠੇ ਅਪੀਅਰ ਹੋਏ ਸੀ। ਕੀ ਬਾਤ ਹੈ ਸਰ, ਮੇਰੇ ਖਿਆਲ ਇਹ ਵੀ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੋਣਾ ਹੈ। ਹਾਂਜੀ, ਮੈਂ LPU ਦੇ ਵਿੱਚ ਵੀ ਜਦੋਂ ਮੈਂ ਲਾਸਟ ਈਅਰ MA ਹਿੰਦੀ 'ਚ ਐਡਮਿਸ਼ਨ ਲਈ ਹੈ ਅਤੇ ਮੇਰੇ ਬੇਟੇ ਨੇ ਵੀ ਸਾਈਮਲਟੇਨੀਅਸਲੀ ਸੇਮ ਡੇ ਉਹ LPU ਫਗਵਾੜੇ ਜਾ ਕੇ, ਜਲੰਧਰ ਜਾ ਕੇ ਉਹਨੇ PGDCA ਦੇ ਵਿੱਚ ਇਕੱਠੇ ਫਾਦਰ ਔਰ ਸਨ ਨੇ ਇਕੱਠੇ ਐਡਮਿਸ਼ਨ ਕਰਵਾਈ ਸੀ। ਕੀ ਬਾਤ ਹੈ ਸਰ। ਅੱਛਾ ਸਰ, ਜਿਹੜਾ ਪੇਪਰ ਤੁਸੀਂ ਇਕੱਠੇ ਦਿੱਤਾ ਹੈ, ਤੁਹਾਡੀ ਬੇਟੀ ਨੇ, ਬੇਟੇ ਨੇ ਅਤੇ ਤੁਸੀਂ, ਪੇਪਰ 'ਚ ਨੰਬਰ ਜ਼ਿਆਦਾ ਕਿਹਦੇ ਆਏ ਸੀ? ਉਹ ਉਹਨਾਂ ਦੇ ਕਈ ਵਾਰੀ ਸਬਜੈਕਟ ਘੱਟ ਹੁੰਦੇ ਸੀ, ਡਿਫਰੈਂਟ ਹੁੰਦੇ ਸੀ, ਮੇਰਾ ਡਿਫਰੈਂਟ ਹੁੰਦਾ ਸੀਗਾ, ਇਸ ਤਰ੍ਹਾਂ ਹੁੰਦਾ ਸੀ। ਲੇਕਿਨ ਜੇ ਨੈਚੁਰਲੀ ਜੇ ਸੇਮ ਸਬਜੈਕਟ ਵੀ ਹੋਏ ਤਾਂ ਉਹ ਫਿਰ ਥੋੜ੍ਹੇ ਜਿਹੇ ਬੱਚੇ ਨੇ, ਜਿੰਨੀ ਕੁ ਮਿਹਨਤ ਕਰਦੇ ਨੇ ਉਹਦੇ ਹਿਸਾਬ ਨਾਲ ਉਹਨਾਂ ਦੇ ਥੋੜ੍ਹੇ ਜਿਹੇ ਘੱਟ ਆ ਜਾਂਦੇ ਨੇ। ਸਰ ਨੇ ਇੰਡਾਇਰੈਕਟਲੀ ਇਹ ਕਿਹਾ ਹੈ ਕਿ ਫਾਦਰ ਹੀ ਹੁੰਦਾ ਹੈ, ਮਗਰ ਨੰਬਰ ਤੁਹਾਡੇ ਜ਼ਿਆਦਾ ਆਏ ਸੀ। ਹਾਂਜੀ ਹਾਂਜੀ, ਇਹ ਗੱਲ ਹੈ, ਨੰਬਰ ਜ਼ਿਆਦਾ ਆਏ ਸੀ ਸਰ ਦੇ। ਸਰ ਨੇ ਦੱਸਿਆ ਨਹੀਂ ਕਿਉਂਕਿ ਬੱਚੇ ਤਾਂ ਆਪਣੇ ਹੀ ਨੇ ਨਾ। ਅੱਛਾ ਸਰ, ਫਿਰ ਕਦੇ ਬੱਚਿਆਂ ਨੇ ਪੇਪਰ ਵੇਲੇ ਇੱਦਾਂ ਨਹੀਂ ਕਿਹਾ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ, ਪਾਪਾ ਜਾਂ ਅੱਗੇ ਪਿੱਛੇ ਥੋੜ੍ਹਾ ਦਿਖਾ ਦਿਓ? ਨਹੀਂ, ਇਸ ਤਰ੍ਹਾਂ ਦੀ ਟੈਂਡੈਂਸੀ ਨੂੰ ਮੈਂ ਵੈਸੇ ਪ੍ਰਮੋਟ ਵੀ ਨਹੀਂ ਕਰਦਾ। ਔਰ ਕਿਉਂਕਿ ਅਸੀਂ ਦੂਜਿਆਂ ਵਾਸਤੇ ਜਿਹੜਾ ਉਹ ਇੱਕ ਰੋਲ ਮਾਡਲ ਆ। ਜੇ ਅਸੀਂ ਆਪ ਇੱਦਾਂ ਦੀਆਂ ਪ੍ਰਵਿਰਤੀਆਂ ਜਾਂ ਟੈਂਡੈਂਸੀਜ਼ ਨੂੰ ਡਿਵੈਲਪ ਕਰਾਂਗੇ ਤਾਂ ਇਹ ਰੋਂਗ ਸਿਗਨਲ ਦੇਗਾ। ਅਤੇ ਇੱਕ ਗੱਲ ਮੈਂ ਐਡ ਕਰਾਂ ਕਿ ਮੇਰੀ ਸਭ ਤੋਂ ਵੱਡੀ ਜਿਹੜੀ ਬੇਟੀ ਹੈ ਹਿਨਾ ਬੇਦੀ, ਉਹ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਡਿਪਲੋਮਾ ਇਨ ਕ੍ਰੀਏਟਿਵ ਰਾਈਟਿੰਗ ਇਨ ਇੰਗਲਿਸ਼ ਦੇ ਵਿੱਚ 2008 ਦੀ ਗੋਲਡ ਮੈਡਲਿਸਟ ਉਹ ਵੀ ਹੈ। ਸਰ ਉਹ ਬੱਚੇ ਤਾਂ ਤੁਹਾਡੇ ਹੀ ਨੇ ਨਾ, ਫਿਰ ਉਹ ਤਾਂ ਗੋਲਡ ਮੈਡਲ ਤਾਂ ਨਿਕਲ ਨਹੀਂ ਸੀਗੇ, ਹੈ ਨਾ। ਹਰੇਕ ਇਨਸਾਨ ਦੇ ਵਿੱਚ ਕੈਪੈਸਿਟੀਜ਼ ਬਹੁਤ ਹੁੰਦੀਆਂ, ਲੇਕਿਨ ਸਾਈਕੋਲੋਜੀਕਲੀ, ਫਿਲੋਸੋਫੀਕਲੀ ਉਹਨਾਂ ਆਪਣੀਆਂ ਹੀ ਜਿਹੜੇ ਪਲੱਸ ਪੁਆਇੰਟ ਨੇ ਜਾਂ ਸਟਰੈਂਥ ਨੂੰ ਪਹਿਚਾਨਣ ਦੇ ਵਿੱਚ ਫੇਲ ਹੋ ਜਾਂਦਾ। ਹਰ ਕੋਈ ਕਰ ਸਕਦਾ। ਤੁਹਾਡੇ 'ਚ ਵਿਲ ਪਾਵਰ ਹੋਣੀ ਚਾਹੀਦੀ, ਡਿਟਰਮੀਨੇਸ਼ਨ ਹੋਣੀ ਚਾਹੀਦੀ ਹੈ। ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਇੱਕੋ ਜਿਹੀ ਕੈਪੈਸਿਟੀਜ਼, ਕੈਪੇਬਿਲਿਟੀਜ਼ ਦਿੱਤੀਆਂ। ਜੇ ਅਸੀਂ ਬਗੈਰ ਲੜਾਈ ਲੜੇ ਹੀ ਹਥਿਆਰ ਰੱਖ ਦਾਂਗੇ ਤਾਂ ਫਿਰ ਤਾਂ ਅਸੀਂ ਹਾਰੇ ਹੀ ਹਾਰੇ ਹਾਂ। ਲੇਕਿਨ ਜੇ ਅਸੀਂ ਮਿਹਨਤ, ਮੈਨੂੰ ਕੋਈ ਐਕਸਟਰਾ ਮੈਨੂੰ ਨਹੀਂ ਕੋਈ ਪਰਮਾਤਮਾ ਨੇ ਸੇਮ ਜਿੱਦਾਂ ਬਾਕੀ ਹਿਊਮਨ ਬੀਇੰਗ ਨੇ, ਆਈ ਐਮ ਲਾਈਕ ਦੈਟ। ਤੁਸੀਂ ਕਦੇ MRI CT ਸਕੈਨ ਵਗੈਰਾ ਕਰਾਇਆ? ਮਸ਼ੀਨਰੀ ਕਿਤੇ ਕੋਈ ਲੱਗ ਨਾ ਫਿੱਟ ਹੋਈ ਹੋਵੇ ਉੱਪਰ? ਨਹੀਂ, ਕੋਈ ਇੱਦਾਂ ਦੀ ਗੱਲ ਨਹੀਂ। ਸਿਰਫ ਇਹ ਹੈ ਕਿ ਇੱਕ ਡਿਸਿਪਲਨ, ਇੱਕ ਵਿਲ ਪਾਵਰ ਔਰ ਇੱਕ ਜਿਹੜੀ ਹੈ ਸਟਰੋਂਗ ਵਿਲ ਹੀ ਹੈ ਕਿ ਵੀ ਮੈਂ ਇਹ ਕਰਕੇ ਦਿਖਾਉਣਾ। ਔਰ ਮੈਨੂੰ ਇਹ ਹੈ ਕਿ ਵੀ ਮੈਂ ਆਪਣੇ ਫਾਦਰ ਦੇ ਨਾਂ ਨੂੰ ਬੈਸਟ ਟਰਬਿਊਟ ਜਿਹੜਾ ਦੇ ਸਕਦਾ ਇਹ ਹੈ ਕਿ ਜਦੋਂ ਕਿਸੇ ਵੀ ਰਿਕਾਰਡ ਦੇ ਵਿੱਚ ਆਪਣੇ ਲਈ ਨਹੀਂ ਮੇਰਾ ਨਾਂ ਲਿਖਿਆ ਜਾਵੇ ਅਤੇ ਉਹਦੇ 'ਚ ਸਨ ਆਫ ਜਦੋਂ ਲਿਖਿਆ ਜਾਏਗਾ, ਮੇਰੇ ਫਾਦਰ ਦਾ ਨਾਂ ਲਿਖਿਆ ਜਾਏਗਾ, ਤਾਂ ਉਹ ਮੈਂ ਆਪਣੇ ਜਿਹੜਾ ਦੁਨੀਆ 'ਚ ਹੁਣ ਨਹੀਂ ਹੈਗੇ ਉਹਨਾਂ ਨੂੰ ਬੈਸਟ ਟਰਬਿਊਟ ਹੋਏਗਾ। ਕੀ ਬਾਤ ਹੈ। ਇਸ ਤੋਂ ਮੇਰੇ ਖਿਆਲ ਵੱਡਾ ਟ੍ਰਿਬਿਊਟ ਇੱਕ ਬੇਟੇ ਵੱਲੋਂ ਆਪਣੇ ਪਿਤਾ ਦੇ ਲਈ ਕੁਝ ਹੋਰ ਹੋ ਨਹੀਂ ਸਕਦਾ। ਨਾਲੇ ਸਰ ਨੇ ਕਿਹਾ ਕਿ ਵਿਲ ਪਾਵਰ ਹੋਣੀ ਬੜੀ ਜ਼ਰੂਰੀ ਹੈ। ਜੇ ਕੁਝ ਵੀ ਕਰਨਾ ਹੈ, ਜੇ ਪੜ੍ਹਨਾ ਵੀ ਹੈ ਤਾਂ ਵੀ ਇਹ ਵਿਲ ਪਾਵਰ ਉਹ ਨਹੀਂ ਕਹਿ ਰਹੇ, ਜ਼ਮੀਨ ਜਾਇਦਾਦ ਵਾਲੀ ਵਿਲ ਨਹੀਂ ਕਹਿ ਰਹੇ, ਇਹ ਕਹਿ ਰਹੇ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ। ਕਿਉਂਕਿ ਪੈਸੇ ਨਾਲ ਗਿਆਨ ਖਰੀਦਿਆ ਨਹੀਂ ਜਾ ਸਕਦਾ। ਤੁਸੀਂ ਜਿੰਨੇ ਮਰਜ਼ੀ ਅਮੀਰ ਹੋ, ਅਰਬਾਂਪਤੀ ਹੋ, ਕਰੋੜਾਂਪਤੀ ਹੋ, ਪਰ ਤੁਹਾਨੂੰ ਗਿਆਨ ਪੈਸੇ ਦੇ ਕੇ ਨਹੀਂ ਆ ਸਕਦਾ ਜਦ ਤੱਕ ਤੁਹਾਡੇ ਅੰਦਰ ਇੱਛਾ ਸ਼ਕਤੀ ਨਹੀਂ ਹੈਗੀ। ਮੇਰੇ ਖਿਆਲ ਸਰ ਜੇ ਕਿਉਂਕਿ ਗਿਆਨ ਨੂੰ ਕਹਿੰਦੇ ਆ ਸਭ ਤੋਂ ਵੱਡਾ ਅਮੀਰ ਉਹੀ ਹੈ ਜਿਹਦੇ 'ਚ ਗਿਆਨ ਹੈਗਾ। ਮੇਰੇ ਖਿਆਲ ਮੈਂ ਇਸ ਵੇਲੇ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨਾਲ ਬੈਠਾ।
ਨਹੀਂ ਸਰ, ਐਕਚੁਅਲੀ ਮੈਂ ਕਿਉਂਕਿ ਗਾਂਧੀਅਨ ਐਂਡ ਪੀਸ ਸਟੱਡੀਜ਼ ਦਾ ਸਟੂਡੈਂਟ ਰਿਹਾ ਔਰ ਉਹਦਾ ਗੋਲਡ ਮੈਡਲਿਸਟ ਹਾਂ। ਮੈਨੂੰ ਗਾਂਧੀ ਜੀ ਦੇ ਵਰਡਸ, ਹੀ ਇਜ਼ ਨੋਨ ਐਜ਼ ਦੀ ਫਾਦਰ ਆਫ ਆਵਰ ਨੇਸ਼ਨ, ਉਹਨਾਂ ਦੇ ਵਰਡਸ ਯਾਦ ਨੇ ਕਿ ਆਈ ਐਮ ਏ ਹੰਬਲ ਸਰਵੈਂਟ ਆਫ ਇੰਡੀਆ ਐਂਡ ਇਨ ਸਰਵਿੰਗ ਹਿਊਮੈਨਿਟੀ ਇਨ ਸਰਵਿੰਗ ਇੰਡੀਆ ਆਈ ਸਰਵ ਦੀ ਹਿਊਮੈਨਿਟੀ। तो इफ़ गांधी जी कैन क्लेम कि ही इज़ ए हंबल सर्वेंट ऑफ इंडिया, तो मेरी कोई औकात नहीं है कि मैं कोई क्लेम करा ਜਾਂ कोई हंकार करा। तो दूसरी गल कि मैनू सॉकरेट ਜਿਹੜੇ ਗ੍ਰੀਕ ਫਿਲਾਸਫਰ ਨੇ ਉਹਨਾਂ ਦੀ ਗੱਲ ਯਾਦ ਹੈ ਕਿ ਆਈ ਡੂ ਨਾਟ ਨੋ ਐਨੀ ਅਦਰ ਥਿੰਗ ਐਕਸੈਪਟ ਦੀ ਫੈਕਟ ਆਫ ਮਾਈ ਓਨ ਇਗਨੋਰੈਂਸ। ਹਾਲਾਂਕਿ ਸੌਕਰੇਟ ਨੂੰ ਵਿਜ਼ਡਮ ਦੇ ਨਾਲ ਸਿਨੋਨਿਮਸ ਮੰਨਿਆ ਜਾਂਦਾ ਹੈ ਕਿ ਸੌਕਰੇਟ ਔਰ ਜਿਹੜੀ ਵਿਜ਼ਡਮ ਹੈ ਉਹ ਸਿਨੋਨਿਮਸ ਸਨ, ਇੱਕੋ ਹੀ ਚੀਜ਼ ਸਨ। ਜੇ ਉਹ ਆਪਣੇ ਬਾਰੇ ਇਹ ਕਹਿ ਸਕਦੇ ਨੇ ਕਿ ਆਈ ਡੂ ਨਾਟ ਨੋ ਐਨੀ ਅਦਰ ਫੈਕਟ ਐਕਸੈਪਟ ਦੀ ਫੈਕਟ ਆਫ ਮਾਈ ਓਨ ਇਗਨੋਰੈਂਸ, ਅਤੇ ਮੈਂ ਨਹੀਂ ਫੀਲ ਕਰਦਾ ਕਿ ਆਈ ਐਮ ਏ ਫਿੱਟ ਕੇਸ ਕਿ ਮੈਂ ਇਹ ਕਲੇਮ ਕਰਾਂ ਕਿ ਮੈਨੂੰ ਬਹੁਤ ਕੁਛ ਆਉਂਦਾ। ਮੈਨੂੰ ਕੁਛ ਨਹੀਂ ਆਉਂਦਾ। ਜੋ ਕੁਛ ਹੈਗਾ ਉਹ ਅੱਜ ਵੀ ਮੈਂ ਕਹਿੰਦਾ ਕਿ ਮੈਂ ਕੁਛ ਵੀ ਨਹੀਂ ਕੀਤਾ। ਲੇਕਿਨ ਮੈਂ ਜ਼ਰੂਰ ਇਹ ਗੱਲ ਕਹਿ ਸਕਦਾ ਹਾਂ ਫਖਰ ਦੇ ਨਾਲ ਕਿ ਆਈ ਐਮ ਰਾਈਟ ਨਾਓ ਆਈ ਐਮ ਸਿਟਿੰਗ ਵਿਦ ਦ ਰਿਚੈਸਟ ਸਰਵੈਂਟ ਇਨ ਟਰਮਸ ਆਫ ਨੌਲੇਜ। ਮਤਲਬ ਕਿ ਗਿਆਨ ਦਾ ਜੋ ਭੰਡਾਰ, ਗਿਆਨ ਦਾ ਸਮੁੰਦਰ, ਉਹਨਾਂ ਦੇ ਨਾਲ ਮੈਂ ਬੈਠਿਆ। ਸਰ ਇੰਨੀਆਂ ਕਿਤਾਬਾਂ ਤੁਸੀਂ ਪੜ੍ਹੀਆਂ, ਅੱਛਾ ਤੁਸੀਂ ਗ੍ਰੰਥ ਵੀ ਪੜ੍ਹੇ ਹੋਣੇ ਫਿਰ ਤਾਂ? ਹਾਂਜੀ, ਮੈਂ ਆਪਣੇ ਜਿਹੜੀਆਂ ਬੇਸਿਕਸ ਨੇ ਸਾਰੇ ਰਿਲੀਜਨਸ ਦੀਆਂ, ਸਿੱਖੀਜ਼ਮ ਦੀਆਂ, ਹਿੰਦੂਇਜ਼ਮ ਦੀਆਂ, ਕ੍ਰਿਸਚੈਨਿਟੀ ਦੀਆਂ, ਇਸਲਾਮ ਦੀਆਂ, ਬੁੱਧਿਜ਼ਮ, ਜੈਨਿਜ਼ਮ, ਜਿਹੜੇ ਸਾਡੇ ਸਾਰੇ ਇੰਡੀਅਨ ਬੇਸਿਕਲੀ ਨੇ, ਉਹ ਸਭ ਦੀਆਂ ਟੀਚਿੰਗਸ ਪੜ੍ਹੀਆਂ ਨੇ ਜੀ। ਔਰ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਔਰ ਉਹਨਾਂ 'ਚੋਂ 2-2 3-3 ਸਾਰੇ ਰਿਲੀਜਨਸ ਦੀਆਂ ਜਿਹੜੀਆਂ ਅੱਛੀਆਂ ਅਤੇ ਪੋਜ਼ੀਟਿਵ ਪੁਆਇੰਟਸ ਨੇ ਉਹਨਾਂ ਨੂੰ ਮੈਂ ਆਪਣੇ ਪਰਸਨੈਲਿਟੀ ਦਾ ਔਰ ਆਪਣੇ ਕਰੈਕਟਰ ਦਾ ਇੱਕ ਪਾਰਟ ਬਣਾਇਆ ਔਰ ਉਹਨਾਂ 'ਤੇ ਮੈਂ ਪ੍ਰੈਕਟੀਕਲੀ ਅਮਲ ਕਰਦਾ। ਕਿਆ ਬਾਤ ਹੈ ਸਰ, ਬਹੁਤ ਚੰਗੀ ਗੱਲ ਤੁਸੀਂ ਕਹੀ ਹੈ। ਲੇਕਿਨ ਇਹ ਦੱਸੋ ਉਹਨਾਂ ਸਾਰੀਆਂ ਮੈਂ ਕਹਾਂਗਾ ਵੀ ਜਿੰਨੇ ਵੀ ਧਾਰਮਿਕ ਗ੍ਰੰਥ ਸੀ ਤੁਸੀਂ ਪੜ੍ਹੇ ਨੇ ਜਿਹੜੇ, ਉਹਨਾਂ ਦੇ ਵਿੱਚ ਵਖਰੇਵਾਂ ਕੀ ਸੀ ਜਾਂ ਫਿਰ ਉਹਨਾਂ ਦਾ ਸਾਰਿਆਂ ਦਾ ਨਿਚੋੜ ਕੀ ਨਿਕਲਦਾ ਹੈ? ਹਾਂਜੀ, ਸਾਰੇ ਰਿਲੀਜਨ, ਸਾਰੇ ਸਾਡੇ ਜਿਹੜੇ ਰਿਲੀਜੀਅਸ ਪ੍ਰੀਚਰਸ ਨੇ, ਸਾਡੇ ਪੈਗੰਬਰ ਨੇ, ਈਵਨ ਜਿਹੜੇ ਵਰਲਡ ਦੇ ਟੌਪ ਕਲਾਸ ਫਿਲਾਸਫਰਸ ਨੇ ਜਿਹੜੇ ਫਸਟ ਰੈਂਕਿੰਗ 'ਚ ਆਉਂਦੇ, ਸਭ ਦੀਆਂ ਜਿਹੜੀਆਂ ਫਾਈਂਡਿੰਗਸ ਨੇ ਉਹ ਸਿਰਫ ਇੱਕ ਪੇਜ 'ਤੇ ਲਿਖੀਆਂ ਜਾਂਦੀਆਂ। ਉਹਦੇ 'ਚ ਕੋਈ ਫਰਕ ਨਹੀਂ ਹੈਗਾ, ਸਾਰਿਆਂ ਦੇ ਵਿੱਚ ਆਇਡੈਂਟੀਕਲ ਵਿਊਜ਼ ਹੀ ਦਿੱਤੇ ਗਏ ਨੇ। ਠੀਕ ਹੈ ਜੀ। ਇੱਕ ਲਾਈਨ ਹੈਗੀ ਹੈ ਕਿ ਅਸੀਂ ਸਾਰੀ ਹਿਊਮੈਨਿਟੀ ਨੂੰ, ਜਿਸ ਤਰ੍ਹਾਂ ਕਿ ਦੀ ਹੋਲੀ ਬਾਈਬਲ ਦੇ ਵਿੱਚ ਹੈ ਕਿ ਵੀ ਆਰ ਆਲ ਦੀ ਚਿਲਡਰਨ ਆਫ ਵਨ ਗੋਡ, ਵਨ ਫਾਦਰ ਐਂਡ ਵਨ ਫੈਮਿਲੀ। ਠੀਕ ਹੈ ਜੀ। ਇਸੇ ਤਰ੍ਹਾਂ ਸਾਡਾ ਜਿਹੜਾ ਹਿੰਦੂਇਜ਼ਮ ਹੈ ਉਹ ਇਹ ਕਹਿੰਦਾ ਸਰਵੇ ਜਨਾ ਸੁਖੀਨੋ ਭਵੰਤੂ, ਲੈਟ ਹੈਪੀਨੈਸ ਪ੍ਰਵੇਲ ਐਵਰੀਵੇਅਰ। ਠੀਕ ਹੈ ਜੀ। ਇਸੇ ਤਰ੍ਹਾਂ ਮਹਾਤਮਾ ਬੁੱਧ ਨੇ ਕਿਹਾ ਕਿ ਦੀ ਪਰਸਨ ਹੂ ਗਿਵਸ ਲਾਈਫ ਇਜ਼ ਗ੍ਰੇਟਰ ਦੈਨ ਦੀ ਪਰਸਨ ਹੂ ਟੇਕਸ ਲਾਈਫ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਸਾਡੇ ਜਿਹੜੇ ਫਿਲਾਸਫਰ ਨੇ ਉਹਨਾਂ ਨੇ ਵੀ ਹਿਊਮੈਨਿਟੀ ਦੇ ਬਾਰੇ, ਸੱਚਾਈ ਦੇ ਬਾਰੇ, ਗਾਂਧੀ ਜੀ ਫਾਦਰ ਆਫ ਦੀ ਨੇਸ਼ਨ ਜਿਹੜੇ ਨੇ, ਉਹਨਾਂ ਨੇ 2 ਪਿਲਰਸ ਜਿਹੜੇ ਨੇ ਉਹ ਬੁੱਧਿਜ਼ਮ ਤੋਂ, ਕ੍ਰਿਸਚੈਨਿਟੀ ਤੋਂ ਔਰ ਸਾਡੇ ਹਿੰਦੂ ਸਕ੍ਰਿਪਚਰਸ ਤੋਂ ਲਏ ਸੀ, ਟਰੂਥ ਐਂਡ ਨੋਨ ਵਾਇਲੈਂਸ, ਜਿਨ੍ਹਾਂ ਨੂੰ ਉਹਨਾਂ ਨੇ ਸਾਰੀ ਲਾਈਫ ਪ੍ਰਮੋਟ ਕੀਤਾ, ਮੋਟੀਵੇਟ ਕੀਤਾ ਔਰ ਅੱਜ ਵੀ ਅਸੀਂ ਉਹਨਾਂ ਨੂੰ ਅਪਣਾ ਕੇ ਹਾਈਟਸ ਅਚੀਵ ਕਰ ਸਕਦੇ ਹਾਂ। ਤੋ ਸੋ ਆਇਡੈਂਟੀਕਲ ਨੇ, ਸਾਨੂੰ ਇੱਕ ਸਭ ਨੂੰ ਆਪਣੇ ਬ੍ਰਦਰਸ ਸਮਝਣਾ ਚਾਹੀਦਾ ਹੈ। ਸਾਰੇ ਹਿਊਮਨ ਬੀਇੰਗਸ ਇੱਕ ਫੈਮਿਲੀ ਹੈ। ਅਤੇ ਇੱਕ ਫਿਲਾਸਫਰ ਨੇ ਕਿਹਾ ਕਿ ਮਾਈ ਕੰਟਰੀ ਇਜ਼ ਦੀ ਹੋਲ ਵਰਲਡ ਐਂਡ ਮਾਈ ਰਿਲੀਜਨ ਇਜ਼ ਟੂ ਡੂ ਗੁੱਡ। ਮੇਰਾ ਮਜ਼ਹਬ ਜਿਹੜਾ ਉਹ ਅੱਛਾਈ ਕਰਨਾ ਔਰ ਮੇਰਾ ਘਰ ਜਿਹੜਾ ਸਾਰੀ ਦੁਨੀਆ ਮੈਂ, ਆਈ ਡੋਂਟ ਬਿਲੋਂਗ ਟੂ ਐਨੀ ਵਨ ਕੰਟਰੀ। ਇਹ ਫਿਲਾਸਫੀ ਜਿਹੜੀ ਹੈ ਇਹਦੇ ਵਿੱਚ। ਮਤਲਬ ਕਿ ਨਿਚੋੜ ਇੱਕੋ ਹੀ ਨਿਕਲਦਾ ਹੈ ਤਾਂ ਗ੍ਰੰਥ ਕੋਈ ਵੀ ਧਾਰਮਿਕ ਗ੍ਰੰਥ ਹੋਵੇ, ਫਿਰ ਅਸੀਂ ਲੜਦੇ ਪਤਾ ਨਹੀਂ ਕਿਉਂ ਹੈਗੇ ਹਾਂ। ਖਾਸ ਕਰਕੇ ਵੋਟਾਂ ਵੇਲੇ ਅਸੀਂ ਫਿਰ ਹੋਰ ਜ਼ਿਆਦਾ ਅਸੀਂ ਇਸ ਪਾਸੇ ਨੂੰ ਹੋ ਜਾਂਦੇ ਹਾਂ ਜਦੋਂ ਵੋਟ ਆਉਂਦਾ। ਚਲੋ ਇਹ ਅਲੱਗ ਟੌਪਿਕ ਹੈਗਾ ਹੈ। ਲੇਕਿਨ ਸਰ ਇੰਨੀਆਂ ਕਿਤਾਬਾਂ ਤੁਸੀਂ ਪੜ੍ਹ ਲਈਆਂ, ਕਦੇ ਸੋਚਿਆ ਨਹੀਂ ਵੀ ਹੁਣ ਤਾਂ ਮੇਰੇ ਖਿਆਲ 'ਚ ਕਿਤਾਬਾਂ ਅਸੀਂ ਲਿਖੀਏ ਵੀ 5-10 ਕਿਤਾਬਾਂ ਜੋਗਾ ਤਾਂ ਤੁਸੀਂ ਮੇਰੇ ਖਿਆਲ ਪੜ੍ਹ ਹੀ ਲਿਆ ਹੋਣਾ? ਹਾਂਜੀ, ਨਹੀਂ ਮੈਂ ਅਜੇ ਉਹ ਪੜ੍ਹਨਾ ਬੰਦ ਤਾਂ ਨਹੀਂ ਕੀਤਾ ਕਿਉਂਕਿ ਮੇਰੇ ਤੋਂ ਪਹਿਲੇ ਹੀ ਵਰਲਡ ਦੇ ਵਿੱਚ ਇੰਨੇ ਸਾਲ ਹੋ ਗਏ ਹਿਊਮੈਨਿਟੀ ਨੂੰ ਬਣਿਆ, ਇੰਨਾ ਕੁਝ ਲਿਖਿਆ ਜਾ ਚੁੱਕਾ ਹੈ, ਇੰਨੀਆਂ ਕਿਤਾਬਾਂ, ਇੰਨਾ ਨੌਲੇਜ, ਇੰਨਾ ਗਿਆਨ ਦਾ ਸਮੁੰਦਰ। ਜਿਸ ਤਰ੍ਹਾਂ ਉਹ ਇਸਾਕ ਨਿਊਟਨ ਜਿਹੜਾ ਸਾਇੰਟਿਸਟ ਸੀ, ਉਹਨੇ ਕਿਹਾ ਕਿ ਆਈ ਕੰਸੀਡਰ ਮਾਈ ਸੈਲਫ ਐਜ਼ ਦੀ ਚਾਈਲਡ ਪਲੇਇੰਗ ਔਨ ਦੀ ਬੈਂਕਸ ਆਫ ਦੀ ਓਸ਼ਨ ਆਫ ਨੌਲੇਜ ਐਂਡ ਕਲੈਕਟਿੰਗ ਸਮਾਲ ਪੈਬਲਸ ਐਂਡ ਸਟੋਨਸ। ਜੇ ਨਿਊਟਨ ਇਹ ਕਹਿ ਸਕਦਾ ਕਿ ਮੈਂ ਗਿਆਨ ਦੇ ਸਮੁੰਦਰ ਦੇ ਕਿਨਾਰੇ ਖੇਡਦਾ ਹੋਇਆ ਇੱਕ ਬੱਚਾ ਵਾਂ ਜਿਹਨੇ ਛੋਟੇ ਛੋਟੇ ਪੈਬਲਸ ਅਤੇ ਸਟੋਨਸ ਇਕੱਠੇ ਕੀਤੇ ਨੇ, ਉਹਦੇ ਵਿੱਚ ਮੈਂ ਅੰਦਰ ਨਹੀਂ ਗਿਆ। ਤੋ ਜੇ ਪਹਿਲੀ ਜਿਹੜੀ ਨੌਲੇਜ ਹੈ ਜੇ ਉਹਨੂੰ ਐਕਸਪਲੋਰ ਕਰ ਦਿੱਤਾ ਜਾਏ ਤਾਂ ਸਾਡਾ ਇਹ ਜਨਮ ਸਫਲ ਹੋ ਸਕਦਾ।
ਸ਼ਾਇਦ ਮੈਨੂੰ ਕੋਈ ਐਕਸਟਰਾ ਕਰਨ ਦੀ ਲੋੜ ਨਹੀਂ। ਮੈਂ ਆਪਣੇ ਤੋਂ ਪਹਿਲੇ ਕੀਤੇ ਹੋਏ ਮੇਰੇ ਜਿਹੜੀ ਰਿਸਰਚ, ਜਿਹੜੇ ਮੇਰੇ ਪੈਗੰਬਰਾਂ ਦੀ, ਜਿਹੜੇ ਫਿਲਾਸਫਰਸ ਦੀ ਜਾਂ ਸੇਜਿਸ ਦੀ ਹੈ, ਜੇ ਮੈਂ ਉਹਨੂੰ ਵੀ ਫੋਲੋ ਕਰ ਲਾਂ ਤੇ ਮੈਂ ਸਫਲ ਹੋ ਸਕਦਾ। ਜੀ ਬਿਲਕੁਲ। ਨਾਲੇ ਮੇਰੇ ਖਿਆਲ ਦੇ ਵਿੱਚ ਸਰ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਛੱਡੀ ਹੈ, ਸ਼ਾਇਦ ਇਸ ਕਰਕੇ ਛੱਡੀ ਹੋਣੀ ਹੈ ਵੀ ਅਸੀਂ ਇੰਡੀਆ ਦੀਆਂ ਪੜ੍ਹ ਕੇ ਸਾਰੀਆਂ ਕਿਤਾਬਾਂ ਮੁਕਾਣੀਆਂ ਨਹੀਂ। ਸਰ ਇੱਦਾਂ ਦੀ ਕੋਈ ਸਹੁੰ ਤਾਂ ਨਹੀਂ ਚੁੱਕੀ ਤੁਸੀਂ? ਨਹੀਂ, ਉਹ ਤਾਂ ਫਿਰ ਹੁਣ ਜੇ ਮੇਰਾ ਏਮ ਹੈ ਕਿ ਜਿਸ ਗੱਲ ਦਾ ਮੈਂ ਸ਼ੁਰੂ 'ਚ ਤੁਹਾਡੇ ਕੋਲ ਜ਼ਿਕਰ ਕੀਤਾ ਹੈ ਕਿ ਫਰੋਮ ਆਵਰ ਬਰਥ ਟਿਲ ਆਵਰ ਡੈਥ ਵੀ ਆਰ ਲਰਨਰਸ, ਉਹਨੂੰ ਤਾਂ ਮੈਂ ਪਰਸਿਊ ਕਰਾਂਗਾ ਹੀ ਕਰਾਂਗਾ। ਅਤੇ ਮੈਂ ਪਰਮਾਤਮਾ ਕੋਲ ਇਹ ਮੰਗਦਾ ਕਿ ਜਿੰਨੀ ਦੇਰ ਮੇਰੀ ਜ਼ਿੰਦਗੀ ਹੈਗੀ ਹੈ, ਮੈਨੂੰ ਇਹ ਕਪੈਸਿਟੀ ਜਿਹੜੀ ਹੈ ਮੇਰੇ ਵਿੱਚ ਲਾਈਵ ਰੱਖੇ ਅਤੇ ਮੈਂ ਪੜ੍ਹਦਾ ਰਹਾਂ ਜੀ। ਪਰਮਾਤਮਾ ਅੱਗੇ ਇੱਕ ਅਰਦਾਸ ਹੋਰ ਕਰੀਓ ਕਿ ਮੈਂ ਵੀ 2-4 ਕਿਤਾਬਾਂ ਪੜ੍ਹ ਲਾਂ। ਨਹੀਂ, ਸ਼ਿਓਰ ਜੀ, ਮੇਰੀਆਂ ਬਲੈਸਿੰਗਸ ਸਭ ਦੇ ਨਾਲ ਨੇ। ਖਾਸ ਕਰਕੇ ਮੇਰੀ ਆਪਣੇ ਕੰਟਰੀ ਦੇ ਵਾਸਤੇ, ਇੰਡੀਆ ਦੇ ਵਾਸਤੇ ਮੈਂ ਪਰਮਾਤਮਾ ਕੋਲ ਇਹ ਦੁਆ ਕਰਦਾ ਕਿ ਮੇਰਾ ਮੁਲਕ ਇੱਥੇ ਸ਼ਾਂਤੀ ਹੋਵੇ, ਪੀਸ ਹੋਵੇ, ਔਰ ਜੋ ਸਾਡਾ ਪੁਰਾਣਾ ਇਮੇਜ ਸੀਗਾ, ਅਸੀਂ ਸਪਿਰਚੁਅਲ ਗੁਰੂ ਸੀਗੇ ਵਰਲਡ ਦੇ, ਜਿਹਨੂੰ ਕਿ ਅਸੀਂ ਹੁਣ ਉਹ ਮੇਨਟੇਨ ਨਹੀਂ ਕਰ ਪਾਏ। ਵਿਸ਼ਵ ਗੁਰੂ। ਹਾਂਜੀ, ਵਿਸ਼ਵ ਗੁਰੂ, ਠੀਕ ਹੈ ਜੀ। ਉਹਨੂੰ ਅਸੀਂ ਮੇਨਟੇਨ ਕਰੀਏ ਔਰ ਮੇਰਾ ਮੁਲਕ ਤਰੱਕੀ ਕਰੇ ਔਰ ਇੱਥੇ ਹੱਸਦੇ ਵਸਦੇ ਲੋਕ ਰਹਿਣ, ਜਿਨ੍ਹਾਂ ਦੇ ਕਰੈਕਟਰ ਹਾਈ ਹੋਣ ਔਰ ਦੁਨੀਆ ਸਾਨੂੰ ਹੁਣ ਅਸੀਂ ਬਾਹਰ ਜਾਂਦੇ ਹਾਂ ਪੜ੍ਹਨ। ਦੇਅਰ ਵਾਜ਼ ਏ ਟਾਈਮ ਕਿ ਫੋਰਨ ਤੋਂ ਸਟੂਡੈਂਟਸ ਇੰਡੀਆ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਗਿਆਨ ਹਾਸਲ ਕਰਨ ਆਉਂਦੇ ਸੀ। ਅਸੀਂ ਇਹ ਨਹੀਂ ਕਰਨਾ, ਉਸ ਚੇਨ ਨੂੰ ਤੋੜਨਾ। ਅਸੀਂ, ਸਾਡੇ ਮੁਲਕ ਦੇ ਵਿੱਚ ਸਭ ਕੁਝ ਹੈਗਾ, ਜੋ ਜੇ ਬਾਹਰੋਂ ਲੋਕ ਆ ਕੇ ਸਾਡੇ ਮੁਲਕ ਦੇ ਵਿੱਚੋਂ ਸਮਾਨ ਪੈਸਾ ਲਿਜਾ ਕੇ ਅਮੀਰ ਬਣ ਸਕਦੇ ਨੇ, ਅਤੇ ਅੱਜ ਅਸੀਂ ਆਪਣੇ ਮੁਲਕ ਦੇ ਮਾਲਕ ਆਪ ਹੋ ਕੇ ਅਸੀਂ ਦੂਸਰਿਆਂ ਕੋਲੋਂ ਹੈਲਪ ਵੱਲ ਜਾਈਏ ਜਾਂ ਕੁਛ ਹੈ। ਸਭ ਕੁਝ ਸਾਨੂੰ ਰੱਬ ਦਾ ਦਿੱਤਾ ਹੋਇਆ, ਸਿਰਫ ਸਾਡਾ ਸਿਸਟਮ ਥੋੜ੍ਹਾ ਜਿਹਾ ਠੀਕ ਕਰਨ ਦੀ ਜ਼ਰੂਰਤ ਹੈ ਔਰ ਸਾਨੂੰ ਆਪਣਾ ਡਿਸਿਪਲਿਨ 'ਚ ਰਹਿਣ ਦੀ ਜ਼ਰੂਰਤ ਹੈ। ਔਰ ਇੰਡੀਆ ਇਨ ਦੀ ਟਰੂ ਸੈਂਸ ਆਫ ਦੀ ਟਰਮ ਸੁਪਰ ਪਾਵਰ ਵੀ ਬਣ ਸਕਦਾ ਔਰ ਸਪਿਰਚੁਅਲ ਗੁਰੂ ਵੀ, ਵਿਸ਼ਵ ਗੁਰੂ ਜੋ ਤੁਸੀਂ ਕਿਹਾ, ਉਹ ਬਣ ਸਕਦਾ। ਬਿਲਕੁਲ। ਵੈਸੇ ਜਿੰਨੀਆਂ ਕਿਤਾਬਾਂ ਸਰ ਨੇ ਪੜ੍ਹੀਆਂ ਨੇ ਨਾ, ਮੇਰੇ ਤਾਂ ਸਵਾਲ ਪੜ੍ਹਾਈ ਲਿਖਾਈ ਵਾਲੇ ਮੈਂ ਘੱਟ ਹੀ ਪੁੱਛ ਰਿਹਾ ਕਿਉਂਕਿ ਇੰਨਾ ਮੈਂ ਪੜ੍ਹਿਆ ਲਿਖਿਆ ਨਹੀਂ ਸਰ ਦੇ ਮੁਕਾਬਲੇ। ਲੇਕਿਨ ਇੱਕ ਸਵਾਲ ਸਰ ਜ਼ਰੂਰ ਮੇਰੇ ਜ਼ਿਹਨ 'ਚ ਆਉਂਦਾ ਹੈ। ਅਸੀਂ ਦੇਖਦੇ ਹਾਂ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਨਾ, ਮਤਲਬ ਸਾਡਾ 40 to 50% ਸਾਡੇ ਸੰਸਦ ਦੇ ਵਿੱਚ, ਮੈਨੂੰ ਕਹਿਣ ਗੁਰੇਜ਼ ਨਹੀਂ ਕਿਉਂਕਿ ਫੈਕਟਸ ਕਹਿੰਦੇ ਨੇ, ਕ੍ਰਿਮੀਨਲਸ ਬੈਠੇ ਨੇ, ਉਹਨਾਂ ਦੇ ਕੋਈ ਨਾ ਕੋਈ ਕੇਸਿਸ ਹੋਏ ਨੇ। ਤੁਹਾਡੇ ਜ਼ਿਹਨ 'ਚ ਕਦੇ ਇਹ ਨਹੀਂ ਆਇਆ ਵੀ ਇੱਕ ਪੜ੍ਹਿਆ ਲਿਖਿਆ, ਤੁਸੀਂ ਤਾਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋ ਸਰ, ਇੰਨੀ ਮੇਰੇ ਖਿਆਲ ਸਾਡੀ ਪੂਰੀ ਕੇਂਦਰੀ ਕੈਬਨਿਟ ਨਹੀਂ ਪੜ੍ਹੀ ਹੋਣੀ, ਉਨੀਆਂ ਡਿਗਰੀਆਂ ਸਾਰਿਆਂ ਨੂੰ ਮਿਲਾ ਕੇ ਨਹੀਂ ਹੋਣੀਆਂ ਜਿੰਨੀਆਂ ਡਿਗਰੀਆਂ ਇਕੱਲੇ ਡਾਕਟਰ ਬੀਦੀ ਲਈ ਬੈਠੇ ਨੇ ਆਪਣੇ ਕੋਲ। ਪੇਜ ਮੇਰੇ ਖਿਆਲ 4 ਮੁੱਕ ਗਏ ਨੇ, 5ਵੇਂ ਦੀ ਤਿਆਰੀ ਹੈ ਅਤੇ ਡਿਗਰੀਆਂ ਹਾਲੇ ਮੁੱਕੀਆਂ ਨਹੀਂ, ਡਿਗਰੀਆਂ ਜਾਰੀ ਹੈ। ਅਤੇ ਸਰ ਤੁਹਾਨੂੰ ਕਦੇ ਜ਼ਿਹਨ 'ਚ ਇਹ ਨਹੀਂ ਆਇਆ ਕਿ ਪੋਲੀਟਿਕਸ ਵਾਲੇ ਪਾਸੇ ਜੇ ਤੁਹਾਨੂੰ ਪ੍ਰਾਈਮ ਮਿਨਿਸਟਰ ਬਣਨ ਦਾ ਮੌਕਾ ਮਿਲੇ, ਤੁਸੀਂ ਕੀ ਕਰੋਗੇ? ਮੈਂ ਸਭ ਕੁਛ ਜਿਹੜਾ ਜੀ ਤਿਆਗ ਕੇ, ਫਸਟ ਆਫ ਆਲ ਤੋ ਜੋ ਮੈਂ ਪਹਿਲੇ ਮਹਾਤਮਾ ਗਾਂਧੀ ਜੀ ਦੀ ਕੋਟੇਸ਼ਨ ਨੂੰ ਕੋਟ ਕੀਤਾ ਹੈ ਕਿ ਆਈ ਐਮ ਏ ਹੰਬਲ ਸਰਵੈਂਟ ਆਫ ਇੰਡੀਆ। ਫਸਟ ਆਫ ਆਲ ਮੈਂ ਇਹ ਸੋਚਾਂਗਾ ਕਿ ਮੈਂ ਹੰਬਲ ਸਰਵੈਂਟ ਆਫ ਇੰਡੀਆ ਵਾਂ ਅਤੇ ਮੈਨੂੰ ਹੁਣ ਮੇਰੀ ਰਿਸਪੋਂਸੀਬਿਲਟੀ ਔਰ ਡਿਊਟੀ ਇਹ ਬਣਦੀ ਹੈ ਕਿ ਮੈਂ ਆਪਣੇ ਮੁਲਕ ਦੇ ਸਾਰੇ ਲੋਕਾਂ ਦੇ ਦੁੱਖ ਦਰਦ ਦੂਰ ਕਰਾਂ, ਸਫਰਿੰਗ ਹਿਊਮੈਨਿਟੀ ਦੀ ਹੈਲਪ ਕਰਾਂ। ਮੇਰੇ ਮੁਲਕ 'ਚ ਕੋਈ ਵੀ ਇਨਸਾਨ ਭੁੱਖਾ ਨਾ ਸੌਵੇ ਔਰ ਸਾਡਾ ਜਿਹੜਾ ਇਮੇਜ ਹੈ ਉਹ ਵਰਲਡ ਦੇ ਵਿੱਚ ਇੱਕ ਬਹੁਤ ਅੱਛਾ ਹੋਣਾ ਚਾਹੀਦਾ, ਦਾਗਦਾਰ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਸਾਡੇ ਤੋਂ ਸਿੱਖਣਾ ਚਾਹੀਦਾ। ਮੈਂ ਇਹ ਕਰਾਂਗਾ। ਅਤੇ ਦੂਸਰੀ ਗੱਲ ਕਿ ਨੋਟ ਫॉर ਮਾਈ ਓਨ ਕੰਟਰੀ, ਪਰ ਸਾਰੀ ਹਿਊਮੈਨਿਟੀ ਵਾਸਤੇ ਜੋ ਸਾਡੇ ਰਿਲੀਜੀਅਸ ਸਕ੍ਰਿਪਚਰਸ ਕਹਿੰਦੇ ਨੇ, ਅਸੀਂ ਉਹਨਾਂ ਵਾਸਤੇ ਵੀ ਐਫਰਟ ਕਰਾਂਗੇ ਔਰ ਉਹਨਾਂ ਦਾ ਭਲਾ, ਸੁੱਖ, ਸ਼ਾਂਤੀ ਸਾਰੀ ਵਰਲਡ ਦੇ ਵਿੱਚ ਪੀਸ ਜਿਹੜੀ ਹੈ ਉਹਨੂੰ ਮੇਨਟੇਨ ਕਰਾਂਗੇ। ਤੁਸੀਂ ਪਹਿਲੀ ਹੀ ਗੱਲ ਉਹ ਕੀਤੀ ਹੈ ਜੋ ਮੁਮਕਿਨ ਲੱਗਦੀ ਨਹੀਂ ਅੱਜ ਦੇ ਦੌਰ 'ਤੇ। ਤੁਸੀਂ ਕਿਹਾ ਮੈਂ ਆਪਣਾ ਸਭ ਕੁਝ ਤਿਆਗ ਦਿਆਂਗਾ ਜੇ ਮੈਂ PM ਬਣਿਆ। ਅੱਜ ਕੱਲ੍ਹ ਦਾ ਤਾਂ ਇੱਥੇ MC ਨਹੀਂ ਮਾਣ ਹੁੰਦਾ ਜੀ, ਉਹ ਵੀ ਲੁੱਟਣ ਨੂੰ ਫਿਰਦਾ ਸਾਰਿਆਂ ਨੂੰ। ਠੀਕ ਹੈ। ਨਹੀਂ ਸਰ, ਉਹ ਗੱਲ ਇੱਦਾਂ ਜੀ ਕਿ ਇਹ ਜਿਹੜੀਆਂ ਕੌਮਾਂ ਬਣਦੀਆਂ ਨੇ ਜਾਂ ਨੇਸ਼ਨ ਬਣਦੀਆਂ ਨੇ, ਅਮਰੀਕਾ ਕਿਸੇ ਵੇਲੇ ਸਾਡੇ ਵਾਂਗ ਹੀ ਸੀ। ਉਹਨਾਂ ਨੂੰ ਪਰਮਾਤਮਾ ਦੀ ਬਖਸ਼ਿਸ਼ ਹੋਈ, ਇਬਰਾਹਿਮ ਲਿੰਕਨ ਜੀ ਵਰਗੇ ਲੀਡਰ ਮਿਲੇ ਜਿਨ੍ਹਾਂ ਨੇ ਮਾਡਰਨ ਅਮਰੀਕਾ ਨੂੰ ਬਣਾਇਆ ਔਰ ਉਹਨਾਂ ਦੀ ਸੈਕਰੀਫਾਈਸ ਸੀਗੀ। ਇਸੇ ਤਰ੍ਹਾਂ ਰਸ਼ੀਆ ਨੂੰ ਲੈਨਿਨ ਜਾਂ ਸਟਾਲਿਨ ਵਰਗੇ ਲੀਡਰ ਮਿਲੇ, ਉਹਨਾਂ ਨੇ ਉਹਨਾਂ ਕੰਟਰੀਜ਼ ਨੂੰ ਬਹੁਤ ਉੱਪਰ ਲੈ ਗਏ। ਤੋ ਕੌਮਾਂ ਜਿਹੜੀਆਂ ਬਣਦੀਆਂ ਨੇ ਉਹ ਕਦੀ ਵੀ ਜਿਹੜੇ ਸੈਲਫਿਸ਼ ਜਾਂ ਕਰਪਟ ਜਾਂ ਜਿਹੜੇ ਅਗਰੈਸਿਵ ਟਾਈਪ ਪਰਸਨਸ ਹੁੰਦੇ, ਉਹਨਾਂ ਦੇ ਸਿਰ 'ਤੇ ਨਹੀਂ ਬਣਦੀਆਂ। ਇਹ ਜਿਹੜੇ ਸੈਕਰੀਫਾਈਸ ਕਰਨ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਦਿਲ 'ਚ ਜਜ਼ਬਾ ਹੁੰਦਾ ਵਾ, ਜਿਹੜੇ ਆਪਣੀ ਕੌਮ ਦੀ ਸੇਵਾ, ਖਿਦਮਤ ਕਰਨੀ ਚਾਹੁੰਦੇ ਨੇ, ਸੇਵਾ ਕਰਨੀ ਚਾਹੁੰਦੇ ਨੇ, ਉਹਨਾਂ ਦੇ ਸਿਰ 'ਤੇ ਹੀ ਜਿੰਦਾ ਰਹਿੰਦੀਆਂ ਨੇ।
ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਅਸੀਂ ਉਸ ਮੁਲਕ ਦੇ ਬਸ਼ਿੰਦੇ ਹਾਂ ਜਿੱਥੇ ਸਾਡੇ 23 ਸਾਲ ਦੇ ਬੱਚੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗਿਆਂ ਨੇ ਫਾਂਸੀ ਦੇ ਰੱਸੇ ਗਲ 'ਚ ਪਾਏ ਸਾਨੂੰ ਆਜ਼ਾਦੀ ਦੇਣ ਵਾਸਤੇ। ਅਸੀਂ ਉਹਨਾਂ ਨੂੰ ਕੀ ਟ੍ਰਿਬਿਊਟ ਦੇ ਰਹੇ ਹਾਂ? ਅਸੀਂ ਉਹਨਾਂ ਦੀ ਸ਼ਹਾਦਤ ਦੇ ਨਾਲ ਜਸਟਿਸ ਨਹੀਂ ਕਰ ਰਹੇ। ਜਸਟਿਸ ਜਾਂ ਉਹਨਾਂ ਨੂੰ ਜੇ ਅਸਲੀ ਸ਼ਰਧਾਂਜਲੀ ਦੇਣੀ ਹੈ ਤਾਂ ਸਾਨੂੰ ਜਿਸ ਕੌਜ਼ ਦੀ ਖਾਤਰ ਉਹਨਾਂ ਨੇ ਇੰਨੀਆਂ ਸ਼ਹਾਦਤਾਂ ਸਾਡੇ ਹਿੰਦੁਸਤਾਨੀਆਂ ਨੇ, ਸਾਡੇ ਫਰੀडम ਫਾਈਟਰਸ ਨੇ ਦਿੱਤੀਆਂ, ਉਹਨੂੰ ਮੇਨਟੇਨ ਕਰਨ ਵਾਸਤੇ ਸਾਨੂੰ ਆਪਣੇ ਮੁਲਕ ਦੇ ਅੱਛੇ ਸਿਟੀਜ਼ਨ, ਨਾਗਰਿਕ ਬਣਨਾ ਚਾਹੀਦਾ ਔਰ ਆਪਣੇ ਮਫਾਦ ਤੋਂ ਪਹਿਲੇ ਦੂਸਰੇ ਨੂੰ ਜਿਹੜਾ ਉਹ ਸੋਚਣਾ ਚਾਹੀਦਾ ਔਰ ਸਾਰੇ ਕੰਟਰੀ ਦੇ ਵੈਲਫੇਅਰ ਵਾਸਤੇ ਸੋਚਣਾ ਚਾਹੀਦਾ। ਕੁਝ ਵੈਸੇ ਜੋ ਸਰ ਨੇ ਗੱਲਾਂ ਕਹੀਆਂ ਨੇ, ਕੁਝ ਇੱਦਾਂ ਦੇ ਲੱਛਣ ਅੱਜ ਦੇ ਸਿਆਸਤਦਾਨਾਂ ਵਿੱਚ ਮਿਲਦੇ ਨੇ। ਸਰ ਨੇ ਕਿਹਾ ਹੈ ਵੀ ਸਾਨੂੰ ਆਪਣੇ ਬਾਰੇ ਛੱਡ ਕੇ ਦੂਜੇ ਬਾਰੇ ਸੋਚਣਾ ਚਾਹੀਦਾ ਹੈ। ਬਿਲਕੁਲ ਸਾਡੇ ਵਾਲੇ ਵੀ ਇੱਦਾਂ ਹੀ ਕਰਦੇ ਨੇ, ਜਿਹੜੇ ਸਾਡੇ ਸਿਆਸਤਦਾਨ ਨੇ ਉਹ ਆਪਣਾ ਨਹੀਂ ਸੋਚਦੇ, ਦੂਜੇ ਦਾ ਪਹਿਲਾਂ ਸੋਚਦੇ ਨੇ ਉਹਦੀ ਜੇਬ 'ਚ ਕੁਛ ਨਾ ਚੱਲ ਜਾਵੇ, ਅਸੀਂ ਪਹਿਲਾਂ ਖੋਹ ਲਈਏ। ਸੈਕਰੀਫਾਈਸ ਦੀ ਸਰ ਨੇ ਗੱਲ ਕੀਤੀ ਹੈ, ਸੈਕਰੀਫਾਈਸ ਅੱਜ ਵੀ ਹੈ, ਪਰ ਜਿਹੜੇ ਸਾਡੇ ਲੀਡਰ ਨੇ ਨਾ ਉਹ ਸੈਕਰੀਫਾਈਸ ਕਰਦੇ ਨਹੀਂ, ਸੈਕਰੀਫਾਈਸ ਕਰਵਾਉਂਦੇ ਨਹੀਂ। ਇਹ ਅੱਜ ਕੱਲ੍ਹ ਸਾਡੀ ਪੋਲੀਟਿਕਸ ਹੈ। ਸਰ ਅੱਜ ਕੱਲ੍ਹ ਦੇ ਸਾਡੇ ਸਿਆਸੀ ਤੰਤਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੇ ਸਿਆਸੀ ਲੀਡਰ ਨੇ ਜੋ ਆਪਣੇ ਆਪ ਨੂੰ ਜਨਤਾ ਦਾ ਲੀਡਰ ਕਹਿੰਦੇ ਨੇ, ਚਾਹੇ ਸੂਬਿਆਂ ਦੀ ਗੱਲ ਕਰੋ ਚਾਹੇ ਕੇਂਦਰ ਦੀ ਗੱਲ ਕਰੋ, ਤੁਸੀਂ ਸਿਆਸੀ ਤੰਤਰ ਨੂੰ ਕਿਵੇਂ ਦੇਖਦੇ ਨੇ? ਸਿਆਸਤਦਾਨਾਂ ਦੇ ਤੁਸੀਂ ਕਹਿ ਲਓ ਇੱਕ ਚਰਿੱਤਰ ਨੂੰ ਕਹਿ ਲਓ ਜਾਂ ਉਹਨਾਂ ਦੇ ਇੱਕ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਉਹ ਅਪ ਟੂ ਮਾਰਕ ਨਹੀਂ ਹੈਗਾ। ਜੋ ਕੁਆਲਿਟੀਜ਼ ਚਾਹੀਦੀਆਂ, ਜੋ ਇੱਕ ਪਬਲਿਕ ਸਰਵੈਂਟ ਜਾਂ ਜੋ ਇੱਕ ਲੀਡਰ ਨੂੰ ਚਾਹੀਦਾ ਹੈ, ਉਹ ਜਨਤਾ ਦਾ ਸਹੀ ਮਾਨਿਆਂ ਦੇ ਵਿੱਚ ਸੇਵਕ ਬਣ ਕੇ ਜਾਂ ਮੁਲਕ ਨੂੰ ਅਪਲਿਫਟ ਕਰਨ ਵਾਸਤੇ ਕੰਮ ਨਹੀਂ ਕਰਦਾ। ਉਹ ਆਪਣੀ ਸੈਲਫ ਐਗਰੇਡਾਈਜ਼ਮੈਂਟ ਔਰ ਆਪਣੀ ਜਿਹੜੀ ਸੈਲਫ ਇੰਪਰੂਵਮੈਂਟ ਵਾਸਤੇ ਜ਼ਿਆਦਾ ਕੋਸ਼ਿਸ਼ ਕਰਦਾ, ਲੇਕਿਨ ਦੂਸਰੇ ਵਾਸਤੇ ਜਾਂ ਆਪਣੇ ਕੰਟਰੀਮੈਨ ਵਾਸਤੇ ਵਰਕ ਨਹੀਂ ਕਰਦਾ, ਜਿਹਦੇ ਕਰਕੇ ਅਸੀਂ ਮਾਰ ਖਾ ਰਹੇ ਹਾਂ ਜਾਂ ਧੋਖਾ ਖਾ ਰਹੇ ਹਾਂ। ਜਦ ਕਿ ਸਾਡਾ ਮੁਲਕ ਦੇ ਵਿੱਚ ਕੋਈ ਮੁਲਕ ਦੁਨੀਆ ਦੇ ਵਿੱਚ ਐਸਾ ਨਹੀਂ ਜਿੰਨਾ ਨੈਚੁਰਲ ਰਿਸੋਰਸਿਸ ਦੇ ਵਿੱਚ ਜਾਂ ਹਰ ਚੀਜ਼ ਦੇ ਵਿੱਚ ਸਾਡਾ ਮੁਲਕ ਅਮੀਰ ਹੈ। ਸਿਰਫ ਸਾਡੀ ਮਿਸਮੈਨੇਜਮੈਂਟ ਹੈ, ਸਾਡੀ ਲੀਡਰਸ਼ਿਪ ਦੀ ਜਿਹੜੀ ਨੌਨ ਸੀਰੀਅਸਨੈਸ ਹੈ ਔਰ ਸਾਡੀ ਜਿਹੜੀ ਸੈਲਫਿਸ਼ ਜਾਂ ਗਰੀਡੀ ਐਟੀਟਿਊਡ ਹੈ, ਜਿਨ੍ਹਾਂ ਨੂੰ ਕਿ ਪਹਿਲੇ ਸ਼ੈੱਡ ਕਰਕੇ ਉਹਨਾਂ ਲੀਡਰਸ ਨੂੰ ਅੱਗੇ ਆਉਣਾ ਚਾਹੀਦਾ ਜਿਨ੍ਹਾਂ 'ਚ ਸਿਰਫ ਸਰਵਿਸ ਓਰੀਐਂਟੇਸ਼ਨ ਹੋਵੇ। ਠੀਕ ਹੈ ਜੀ। ਇਹ ਜੌਨ ਸਟਾਰਟ ਮਿਲ ਨੇ ਕਿਹਾ ਸੀਗਾ ਕਿ ਮੋਰਲੀ ਸਟਰੋਂਗ ਐਂਡ ਸੋਸ਼ਲੀ ਰਿਸਪੌਂਸੀਬਲ ਸਿਟੀਜ਼ਨਰੀ ਨੀਡਸ ਲੈਸ ਪੁਲਿਸ, ਲੈਸ ਜੱਜਿਸ ਐਂਡ ਲੈਸ ਪ੍ਰਿਜ਼ਨਸ। ਸੋ ਸਾਡੇ ਜੇ ਸਿਟੀਜ਼ਨਰੀ ਜਿਹੜੀ ਹੈ ਉਹ ਮੋਰਲੀ ਰਿਸਪੌਂਸੀਬਲ ਅਤੇ ਮੋਰਲੀ ਡਿਸਿਪਲਿਨਡ ਅਤੇ ਸੋਸ਼ਲੀ ਰਿਸਪੌਂਸੀਬਲ ਹੋਏਗੀ। ਅਸੀਂ ਅੱਛੇ ਲੀਡਰ ਚੁਣਾਂਗੇ ਜਿਨ੍ਹਾਂ 'ਚ ਸਿਰਫ ਸਰਵਿਸ ਓਰੀਐਂਟੇਸ਼ਨ ਹੋਵੇ, ਸੈਂਸ ਆਫ ਸੈਕਰੀਫਾਈਸ ਹੋਵੇ, ਤਾਂ ਇਹ ਮੁਲਕ ਜਿਹੜਾ ਹੈ ਉਹ ਕਿਤੇ ਜਾ ਸਕਦਾ, ਤਾਂ ਅਸੀਂ ਦੁਨੀਆ ਦਾ ਮੁਕਾਬਲਾ ਕਰ ਸਕਦੇ ਹਾਂ। ਨਹੀਂ ਤਾਂ ਜੋ ਅੱਜ ਕੱਲ੍ਹ ਦਾ ਸਿਸਟਮ ਚੱਲਿਆ ਸਾਡੀ ਪੋਲੀਟਿਕਸ ਦਾ ਬੇੜਾ ਗਰਕ ਹੀ ਹੋਣਾ ਹੈ, ਹੋਰ ਕੁਝ ਨਹੀਂ ਹੋਣਾ। ਇਹਨਾਂ ਨੇ ਨਾ ਅੱਗੇ ਵਧਣ ਦੇਣਾ ਹੈ, ਇਹਨਾਂ ਨੇ ਆਈ ਮੀ ਮਾਈਸੈਲਫ ਵਾਲੀ ਥਿਊਰੀ ਜਿਹੜੀ ਹੈਗੀ ਆ ਉਹ ਲੈ ਕੇ ਚੱਲ ਰਹੇ ਨੇ, ਅਤੇ ਉਸ ਹਿਸਾਬ ਨਾਲ ਮੈਨੂੰ ਲੱਗਦਾ ਨਹੀਂ ਹੈ ਬਹੁਤੀ ਦੂਰ ਸਾਡਾ ਜਿਹੜਾ ਸਾਡੀ ਸੁਸਾਇਟੀ ਹੈ ਉਹ ਜਾ ਸਕਦੀ ਹੈ। ਸਰ ਵੈਸੇ ਮੈਨੂੰ ਹੁਣ ਸਮਝ ਨਹੀਂ ਆ ਰਿਹਾ ਸਵਾਲ ਕਿਹੜੇ ਪੁੱਛਾਂ, ਸਵਾਲ ਇੰਨੇ ਨੇ ਲੇਕਿਨ ਮੇਰੇ ਖਿਆਲ 'ਚ ਸਮਾਂ ਜਿਹੜਾ ਹੈਗਾ ਹੈ ਉਹ ਵੀ ਕਾਫੀ ਨਿਕਲ ਰਿਹਾ ਹੈ। ਸਾਲ ਡੇਢ ਸਾਲ 'ਚ ਸਰਦੀਆਂ 66 ਡਿਗਰੀਆਂ ਹੋ ਜਾਣਗੀਆਂ ਸਰ? 66? ਹਾਂਜੀ 66 ਹੋ ਜਾਣਗੀਆਂ। ਮਤਲਬ ਜਿਹੜਾ ਮਾੜਾ ਧੀੜਾ ਸਾਡੇ ਵਰਗਾ ਜਿਹੜਾ ਬੱਚਾ ਹੁੰਦਾ ਹੈ ਉਹ ਇੰਨੀਆਂ ਕੁ ਮਤਲਬ ਇੰਨੇ ਨੰਬਰਾਂ 'ਚ ਮਤਲਬ 2 ਵਾਰ 33 ਲੈ ਕੇ ਪਾਸ ਹੋ ਜਾਂਦਾ ਹੈ, ਜਿੰਨੀਆਂ ਕੁ ਸਰ ਨੇ ਡਿਗਰੀਆਂ ਰੱਖੀਆਂ ਹੈ। ਜੇ ਸਰ ਕਿਤੇ ਜਿੱਦਾਂ ਕਹਿੰਦੇ ਨੇ ਜਾਇਦਾਦ ਜਦੋਂ ਬੱਚਿਆਂ ਨੂੰ ਜਾਂਦੀ ਹੈ ਨਾ, ਜਦੋਂ ਮਾਪਿਆਂ ਤੋਂ ਬਾਅਦ ਬੱਚਿਆਂ ਨੂੰ ਬਟਵਾਰਾ ਹੁੰਦਾ ਹੈ, ਜੇ ਕਿਤੇ ਡਿਗਰੀਆਂ ਦਾ ਬਟਵਾਰਾ ਹੁੰਦਾ ਮੇਰੇ ਖਿਆਲ ਪੋਤਿਆਂ ਵੀ ਮੁੱਕਣੀਆਂ ਹੀ ਨਹੀਂ, ਡਿਗਰੀਆਂ ਹੀ ਇੰਨੀਆਂ 66 ਡਿਗਰੀਆਂ ਹੋਣ ਵਾਲੀਆਂ ਨੇ। ਸਰ ਅੱਗੇ ਪਲਾਨ ਬਣਿਆ ਹੋਇਆ ਜੀ ਅੱਗੇ ਵੀ? ਨਹੀਂ, ਜੇ ਮੈਨੂੰ ਚਾਂਸ ਮਿਲੇਗਾ ਫਰਦਰ ਸਬਜੈਕਟਸ ਜਿਹੜੇ ਨੇ ਅਵੇਲੇਬਲ ਹੋਣਗੇ ਤਾਂ ਮੈਂ ਇਹਨੂੰ ਸਟਾਪ ਨਹੀਂ ਕਰਾਂਗਾ। ਸਬਜੈਕਟ ਮੁੱਕਦਾ ਨਹੀਂ ਗਏ ਕਿਤੇ? ਕਾਫੀ ਹੱਦ ਤੱਕ ਮੁੱਕ ਗਏ ਨੇ ਸਰ। ਕਹਿੰਦੇ ਮੈਨੂੰ ਨਾ ਕਈ ਵਾਰ ਮੈਂ ਚੈੱਕ ਕਰਦਾ ਵੀ ਇਹ ਡਿਗਰੀ ਰਹਿ ਗਈ, ਲੇਕਿਨ ਜਦੋਂ ਫਿਰ ਮੈਂ ਆਪਣੀ ਡਿਗਰੀ ਵਾਲੀ ਫਾਈਲ ਖੋਲ੍ਹ ਕੇ ਦੇਖਦਾ ਤਾਂ ਉਹ ਹੋਈ ਹੁੰਦੀ ਹੈ। ਮਤਲਬ ਹੁਣ ਇਹ ਵੀ ਯਾਦ ਨਹੀਂ ਕਿਹੜੀਆਂ ਡਿਗਰੀਆਂ ਕੀਤੀਆਂ ਨੇ, ਕਿਹੜੀ ਰਹਿ ਗਈ ਹੈ। ਸਰ ਤੁਸੀਂ ਕੋਈ ਯੂਨੀਵਰਸਿਟੀ ਸ਼ੁਰੂ ਕਰੋ ਗੱਲ ਕਰਕੇ ਕਿਤੇ ਕੇਂਦਰ ਸਰਕਾਰ ਨਾਲ। ਨਹੀਂ, ਮੈਂ ਯੂਨੀਵਰਸਿਟੀ ਦੀ ਕੋਈ ਗੱਲ ਨਹੀਂ, ਲੇਕਿਨ ਮੈਨੂੰ ਜੇ ਕੋਈ ਸੇਵਾ ਦਾ ਮੌਕਾ, ਸਰਵਿਸ ਦਾ ਮੌਕਾ ਦਿੱਤਾ ਜਾਵੇ ਤਾਂ ਮੈਂ ਫ੍ਰੀ ਆਫ ਕਾਸਟ, ਵਿਦਆਊਟ ਐਨੀ ਸੈਲਫਿਸ਼ ਮੋਟਿਵ, ਵਿਦਆਊਟ ਐਨੀ ਮਨੀ ਕਿਸੇ ਦੀ ਵੀ ਹੈਲਪ ਕਰਨ ਨੂੰ ਤਿਆਰ ਹਾਂ, ਉਹਦੀ ਮਦਦ ਕਰਨ ਨੂੰ ਤਿਆਰ ਹਾਂ ਔਰ ਫ੍ਰੀ ਆਫ ਕਾਸਟ ਜੋ ਮੇਰੇ ਕੋਲ ਹੈਗਾ ਮੈਂ ਉਹ ਨੌਲੇਜ ਡਿਪਾਰਟ ਕਰਨ ਨੂੰ ਤਿਆਰ, ਦੇਣ ਨੂੰ ਤਿਆਰ।
ਕਿਆ ਬਾਤ ਹੈ ਸਰ। ਪਰਮਾਤਮਾ ਸਭ ਤੋਂ ਪਹਿਲਾਂ, ਤੁਸੀਂ ਤਾਂ ਚਲੋ ਸਭ ਨੂੰ ਫ੍ਰੀ ਆਫ ਕਾਸਟ ਗਿਆਨ ਵੰਡਣ ਨੂੰ ਤਿਆਰ ਹੋ, ਪਰ ਮੈਂ ਅਰਦਾਸ ਕਰਾਂਗਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਤਾਂ ਜੋ ਤੁਸੀਂ ਜਿਹੜਾ ਅਣਮੁੱਲਾ ਗਿਆਨ ਹੈ ਉਹ ਤੁਸੀਂ ਵੰਡ ਸਕੋ ਸਾਰਿਆਂ ਨੂੰ। ਅਤੇ ਤੁਹਾਡੇ ਜਿਹੜੇ ਇਹ ਪੇਜਿਸ ਨੇ ਨਾ ਸਰ ਡਿਗਰੀਆਂ ਵਾਲੇ, ਇਹ ਹੋਰ ਵੱਧਦੇ ਜਾਣ। ਅਤੇ ਮੈਨੂੰ ਅੱਜ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਮੈਂ ਅੱਜ ਦੁਨੀਆ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਦੇ ਨਾਲ ਬੈਠਾ ਹਾਂ, ਅਤੇ ਉਹ ਇਨਸਾਨ ਸਾਡੇ ਆਪਣੇ ਦੇਸ਼ ਦਾ, ਭਾਰਤ ਦਾ ਹੈ, ਅਤੇ ਉਸ ਤੋਂ ਹੀ ਵੱਡੀ ਗੱਲ ਉਹ ਸਾਡੇ ਪੰਜਾਬ ਦਾ ਹੈ। ਸਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ, ਅਤੇ ਉਮੀਦ ਕਰਾਂਗਾ ਕਿ ਜਲਦੀ ਅਸੀਂ ਨਵੀਂ ਡਿਗਰੀਆਂ ਵਾਲਾ ਜਿਹੜਾ ਤੁਹਾਡੀ ਲਿਸਟ ਹੈ ਉਹ ਲੈ ਕੇ ਦੁਬਾਰਾ ਅਸੀਂ ਮਿਲਾਂਗੇ ਅਤੇ ਹੋਰ ਗੱਲਾਂ ਕਰਾਂਗੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਮੇਰੇ ਵੱਲੋਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਨਹੀਂ ਤਾਂ ਮੈਂ ਤਾਂ ਕਦੀ ਸੋਚਿਆ ਵੀ ਨਹੀਂ, ਨਾ ਮੈਂ ਕਦੀ ਕਿਸੇ ਕ੍ਰੈਡਿਟ ਵਾਸਤੇ ਇਹੋ ਜਿਹੀ ਗੱਲ ਕੀਤੀ ਹੈ, ਲੇਕਿਨ ਤੁਸੀਂ ਮਾਣ ਬਖਸ਼ਿਆ। ਆਈ ਐਮ ਥੈਂਕਫੁਲ ਟੂ ਯੂ। ਸਰ ਮੈਂ ਮਾफ़ੀ ਮੰਗਾਂਗਾ ਜੀ, ਮੈਂ ਕੋਈ ਉੱਚਾ ਨੀਵਾਂ ਜਾਂ ਪੁੱਠਾ ਸਿੱਧਾ ਸਵਾਲ ਕੀਤਾ ਹੋਵੇ, ਕਿਉਂਕਿ ਜਿੰਨੀ ਕੁ ਸਮਝ ਹੁੰਦੀ ਹੈ ਬੰਦੇ ਨੇ ਸਵਾਲ ਤਾਂ ਉਹਨੇ ਕੀ ਕਰਨੇ ਹੈ ਜੀ। ਨਹੀਂ, ਕੋਈ ਐਸੀ ਗੱਲ ਨਹੀਂ। ਤੁਹਾਡੀ ਜਿਹੜੀ ਹੈ ਕੁਐਸਚਨ ਬਹੁਤ ਅੱਛੇ ਸੀਗੇ, ਸਭ ਕੁਝ ਅੱਛਾ ਸੀ। ਨਾਲੇ ਤੁਸੀਂ ਵੀ ਪਬਲਿਕ ਦੀ ਸੇਵਾ ਹੀ ਕਰ ਰਹੇ ਹੋ ਔਰ ਅੱਛੇ ਕਾਜ਼ ਵਾਸਤੇ ਜਿਹੜਾ ਉਹ ਸਾਰਾ ਕੰਮ ਕਰ ਰਹੇ ਹੋ। ਮੇਰੀ ਸਪੋਰਟ ਔਰ ਮੇਰੀਆਂ ਗੁੱਡ ਵਿਸ਼ੇਸ ਤੁਹਾਡੇ ਚੈਨਲ ਦੇ ਨਾਲ ਨੇ। ਪਰਮਾਤਮਾ ਤੁਹਾਨੂੰ ਤਰੱਕੀ ਦੇਵੇ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ। ਡਾਕਟਰ ਭੁਪਿੰਦਰ ਸਿੰਘ ਬੇਦੀ ਜੀ। ਅਤੇ ਵੈਸੇ ਇਹ ਵੀਡੀਓ ਦੇਖ ਕੇ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਹੈ, ਕਈਆਂ ਨੂੰ ਹੁਣ ਇਹ ਹੋਣਾ ਹੈ ਕਿ ਅਸੀਂ ਸਰ ਨੂੰ ਲੱਭੀਏ, ਸਰ ਕੋਲੋਂ ਪੁੱਛੀਏ ਉਹ ਗੁਰੂ ਮੰਤਰ ਕਿਹੜਾ ਹੈ, ਕਿਹੜੀ ਗੁੜਤੀ ਹੈ ਜਿਹੜੀ ਸਰ ਪੀ ਕੇ ਫਿਰ ਪੇਪਰ ਦੇਣ ਜਾਂਦੇ ਨੇ। ਪਰ ਦੇਖੋ ਲਗਨ ਹੁੰਦੀ ਹੈ, ਜਿਵੇਂ ਮੈਂ ਪਹਿਲਾਂ ਵੀ ਸ਼ੁਰੂਆਤ 'ਚ ਕਿਹਾ, ਤੁਸੀਂ ਇਸ ਭੁਲੇਖੇ 'ਚ ਨਾ ਰਹੀਓ ਕਿ ਤੁਸੀਂ ਅੱਧਾ ਘੰਟਾ ਪੜ੍ਹ ਕੇ ਜਾਂ ਘੰਟਾ ਪੜ੍ਹ ਕੇ ਤੁਸੀਂ ਪੇਪਰ ਦੇਣ ਚੱਲ ਜਾਓਗੇ, ਕਿਉਂਕਿ ਇਹ ਮਸ਼ੀਨਰੀ ਹਰ ਇੱਕ ਨੂੰ ਡਾਕਟਰ ਬੇਦੀ ਵਰਗੀ ਫਿੱਟ ਨਹੀਂ ਕੀਤੀ ਰੱਬ ਨੇ। ਇਸ ਕਰਕੇ ਪੜ੍ਹ ਲਿਖ ਕੇ ਜਾਇਓ ਅਤੇ ਮੋਟੀਵੇਟ ਜ਼ਰੂਰ ਹੋਵੋ, ਕਿਉਂਕਿ ਮੈਨੂੰ ਮਾਨ ਸਾਹਿਬ ਦੀਆਂ 2 ਲਾਈਨਾਂ ਯਾਦ ਆ ਰਹੀਆਂ ਨੇ ਕਿ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ। ਤੁਹਾਡੇ ਅੰਦਰ ਕੁਝ ਕਰਨ ਦੀ ਇੱਕ ਲਗਨ ਹੋਣੀ ਚਾਹੀਦੀ ਹੈ, ਉਮਰ ਮਾਇਨੇ ਨਹੀਂ ਰੱਖਦੀ। ਅਤੇ ਇਹ ਸਾਬਤ ਕੀਤਾ ਡਾਕਟਰ ਬੇਦੀ ਜੀ ਨੇ। ਅਤੇ ਇੱਕ ਬਹੁਤ ਵੱਡੀ ਮਿਸਾਲ ਸਰ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਛੱਡੀ ਹੈ ਸਿਰਫ ਇਸ ਕਰਕੇ ਕਿ ਮੈਂ ਆਪਣੇ ਦੇਸ਼ ਦੇ ਵਿੱਚ ਹੀ ਰਹਿਣਾ ਚਾਹੁੰਦਾ ਹਾਂ, ਆਪਣੇ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦਾ ਹਾਂ, ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ, ਅਤੇ ਆਖਰੀ ਸਾਹ ਵੀ ਆਪਣੇ ਦੇਸ਼ ਦੇ ਵਿੱਚ ਹੀ ਲੈਣਾ ਚਾਹੁੰਦਾ ਹਾਂ। ਪਰ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ, ਲੰਮੀ ਉਮਰ ਦੇਵੇ, ਤਾਂ ਜੋ ਇਹ ਜੋ ਸਾਡੇ ਵਰਗੇ ਨੌਜਵਾਨ ਨੇ ਉਹਨਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣੇ ਰਹਿਣ। ਇਹੀ ਮੈਂ ਅਰਦਾਸ ਪਰਮਾਤਮਾ ਅੱਗੇ ਕਰਾਂਗਾ। ਅਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ, ਵੱਧੋ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਦੁਨੀਆ ਨੂੰ ਪਤਾ ਲੱਗੇ ਵੀ ਅਸੀਂ ਵਾਪਸ ਬਣਨ ਜਾ ਰਹੇ ਹਾਂ ਵਿਸ਼ਵ ਗੁਰੂ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ।